ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਸ਼ੁਰੂ ਕਰ ਰਹੇ ਹਾਂ ਜੀ ਆਪਾਂ ਸੰਵਿਧਾਨ ਦੇ MCQ, ਜਿਹੜੇ ਕਿ ਤੁਹਾਡੇ ਆਉਣ ਵਾਲੇ ਪੇਪਰਾਂ ਵਾਸਤੇ ਕਾਫੀ ਮਹੱਤਵਪੂਰਨ ਰਹਿਣਗੇ। ਕਲਾਸ ਨੂੰ ਐਂਡ ਤੱਕ ਦੇਖਿਓ, ਤੁਹਾਨੂੰ ਜ਼ਰੂਰ ਪਸੰਦ ਆਊਗੀ ਕਲਾਸ ਤੇ ਬਹੁਤ ਹੀ ਮਹੱਤਵਪੂਰਨ MCQ ਆਪਾਂ ਸਟਾਰਟ ਕਰ ਰਹੇ ਹਾਂ। ਕਲਾਸ ਜੇ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਰ ਦਿਓ। ਚਲੋ ਜੀ ਸਟਾਰਟ ਕਰਦੇ ਹਾਂ। ਪੋਲਿਟੀ ਦੇ MCQ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਜੇ ਤੁਸੀਂ ਥਿਊਰੀ ਨਹੀਂ ਪੜ੍ਹੀ ਤਾਂ ਬਹੁਤ ਧਿਆਨ ਨਾਲ ਥਿਊਰੀ ਪੜ੍ਹਨੀ ਹੈ, ਡਿਟੇਲ ਦੇ ਵਿੱਚ ਪੜ੍ਹਨੀ ਹੈ। ਕਿਹੜੇ ਆਰਟੀਕਲ ਦੇ ਅੰਡਰ ਕੀ ਕੁਝ ਪ੍ਰੋਵੀਜ਼ਨ ਹੈਗੀਆਂ ਨੇ, ਸਭ ਕੁਝ। ਐਮਰਜੈਂਸੀ, ਰਾਸ਼ਟਰਪਤੀ, ਠੀਕ ਹੈ ਜੀ, ਉਪ ਰਾਸ਼ਟਰਪਤੀ, ਪ੍ਰਾਈਮ ਮਿਨਿਸਟਰ ਕਾਉਂਸਲ ਹੋਗੀ, CM ਕਾਉਂਸਲ ਹੋਗੀ, ਯਾਨੀ ਕਿ ਹਰ ਇੱਕ ਚੀਜ਼ ਪੜ੍ਹ ਕੇ ਉਸ ਤੋਂ ਬਾਅਦ ਹੀ MCQ ਕਰਨ ਦਾ ਫਾਇਦਾ ਹੈ। ਠੀਕ ਹੈ, ਜੇ ਤੁਸੀਂ ਥਿਊਰੀ ਨਹੀਂ ਪੜ੍ਹੀ ਹੋਈ ਤਾਂ ਥਿਊਰੀ ਤੁਸੀਂ ਪੜ੍ਹ ਸਕਦੇ ਹੋ। ਆਪਣਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ, 500 ਰੁਪਏ ਦਾ ਕੋਰਸ ਹੈ। ਤੁਸੀਂ ਉਹਦੇ ਵਿੱਚ ਬਹੁਤ ਡਿਟੇਲ 'ਚ ਪੜ੍ਹ ਸਕਦੇ ਹੋ, ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ। ਉਹਦੀ ਜਾਣਕਾਰੀ ਮੈਂ ਐਂਡ ਵਿੱਚ ਦੇ ਕੇ ਜਾਊਂਗਾ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ। ਕੀ ਪੁੱਛ ਰਿਹਾ ਹੈ? ਕਹਿੰਦਾ ਜੀ ਮੈਂਸ਼ਨ ਦਾ ਕਰੈਕਟ ਡੇਟ ਆਫ ਦਾ ਲਾਸਟ ਮੀਟਿੰਗ ਆਫ ਦਾ ਕਨਸਟੀਟਿਊਂਟ ਅਸੈਂਬਲੀ ਆਫ ਦਾ ਇੰਡੀਆ। ਯਾਨੀ ਕਿ ਜਿਹੜੀ ਭਾਰਤੀ ਸੰਵਿਧਾਨ ਮੈਂ ਪੜ੍ਹਾਇਆ ਸੀਗਾ, ਉਹਦਾ ਬੈਕਗਰਾਉਂਡ ਦੱਸਿਆ ਸੀ ਵੀ ਇੱਕ ਨਾ ਉਹਦੇ ਵਿੱਚ ਅਸੈਂਬਲੀ ਬਣੀ ਸੀਗੀ। ਉਹ ਅਸੈਂਬਲੀ ਕਦੋਂ ਬਣੀ ਮੈਂ ਉਹ ਵੀ ਦੱਸਦਾ। ਉਹਦੀ ਲਾਸਟ ਮੀਟਿੰਗ ਪੁੱਛ ਲਈ ਉਹਨੇ। ਤਾਂ ਦੇਖੋ ਪ੍ਰਸ਼ਨ ਤਾਂ ਲਾਸਟ ਮੀਟਿੰਗ ਦਾ ਆ ਗਿਆ, ਪਰ ਹੋ ਸਕਦਾ ਵੀ ਆਉਣ ਵਾਲੇ ਪੇਪਰਾਂ ਵਾਸਤੇ ਜਿਹੜਾ ਐਗਜ਼ਾਮੀਨਰ ਹੈਗਾ ਉਹ ਸੈੱਟ ਕਰਦੇ ਵੀ ਪਹਿਲੀ ਮੀਟਿੰਗ ਕਦੋਂ ਹੋਈ ਸੀਗੀ, ਜਾਂ ਕਿਹੜੇ ਮਿਸ਼ਨ ਦੇ ਜਾਂ ਕਿਹੜੇ ਮਿਸ਼ਨ ਦੇ ਤਹਿਤ ਇਹ ਜਿਹੜੀ ਅਸੈਂਬਲੀ ਬਣੀ ਸੀਗੀ, ਜਾਂ ਇਹਦਾ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਹੈਗਾ ਉਹ ਕਿਹੜਾ ਸੀਗਾ। ਯਾਨੀ ਕਿ ਕੁਝ ਵੀ ਪੁੱਛਿਆ ਜਾ ਸਕਦਾ ਤੁਹਾਡੇ ਤੋਂ। ਤਾਂ ਹੀ ਕਹਿੰਦਾ ਮੈਂ ਡਿਟੇਲ 'ਚ ਥਿਊਰੀ ਪੜ੍ਹੀ ਹੋਊਗੀ ਤਾਂ ਆਪਾਂ ਸੌਖੇ ਢੰਗ ਨਾਲ ਇਹਦਾ ਆਨਸਰ ਕਰ ਸਕਦੇ ਹਾਂ। ਪਹਿਲਾਂ ਤਾਂ ਆਪਾਂ ਆਨਸਰ ਕਰ ਦਿੰਦੇ ਹਾਂ। ਜਿਹੜਾ ਇਹਦਾ ਆਨਸਰ ਬਣਦਾ ਰਾਜੇ ਉਹ ਬਣਦਾ 26 ਨਵੰਬਰ 1949। ਤੁਹਾਨੂੰ ਯਾਦ ਹੋਊਗਾ 26 ਨਵੰਬਰ 1949, ਠੀਕ ਹੈ ਜੀ, ਇਹ ਲਾਸਟ ਮੀਟਿੰਗ ਹੋਈ ਆ। ਹੁਣ ਪਹਿਲਾਂ ਤਾਂ ਆਪਾਂ ਇਹ ਚੀਜ਼ ਚੈੱਕ ਕਰਦੇ ਹਾਂ ਵੀ ਜਿਹੜੀ ਇਹ ਅਸੈਂਬਲੀ ਬਣਾਈ ਗਈ ਸੀ ਉਹ ਕਿਹੜੇ ਮਿਸ਼ਨ ਦੇ ਤਹਿਤ ਬਣਾਈ ਗਈ ਸੀ। ਸਭ ਨੇ ਸੁਣਿਆ ਹੋਊਗਾ ਰਾਜੇ, ਕੈਬਨਿਟ ਮਿਸ਼ਨ ਪਲਾਨ ਸੁਣਿਆ ਹੋਊਗਾ। ਤਾਂ ਕੈਬਨਿਟ ਮਿਸ਼ਨ ਆਇਆ ਸੀਗਾ। ਇਹ ਕਦੋਂ ਆਇਆ ਸੀ? 1946 ਦੇ ਵਿੱਚ ਹੀ ਆਇਆ ਸੀ। ਇਸ ਮਿਸ਼ਨ ਦਾ ਮੁੱਖ ਮਕਸਦ ਕੀ ਸੀਗਾ? ਇਸ ਮਿਸ਼ਨ ਦਾ ਮੁੱਖ ਮਕਸਦ ਇਹੀ ਸੀਗਾ ਵੀ ਜਿਹੜੀ ਅੰਗਰੇਜ਼ਾਂ ਕੋਲੇ ਪਾਵਰ ਸੀ ਉਹਨੂੰ ਆਪਾਂ ਨੂੰ ਟ੍ਰਾਂਸਫਰ ਕਰਨੀ ਸੀ ਉਹਨਾਂ ਨੇ। ਠੀਕ ਹੈ ਜੀ, ਕਿਹਨਾਂ ਨੂੰ ਟ੍ਰਾਂਸਫਰ ਕਰਨੀ ਸੀਗੀ? ਜਿਹੜੇ ਆਪਣੇ ਇੰਡੀਅਨ, ਜਿਹੜੇ ਆਪਣੇ ਲੀਡਰ ਸੀਗੇ। ਦੂਜੀ ਗੱਲ ਇਹ ਹੈ, ਚਲੋ ਇਹ ਤਾਂ ਕੁਐਸਚਨ ਇਹ ਹੋ ਗਿਆ। ਕਈ ਵਾਰੀ ਇਹ ਪੁੱਛ ਲੈਂਦੇ ਆ ਵੀ ਜਿਹੜਾ ਕਨਸਟੀਟਿਊਸ਼ਨ ਅਸੈਂਬਲੀ ਦੇ ਵਾਸਤੇ ਜਿਹੜਾ ਫਸਟ ਆਈਡੀਆ ਦਿੱਤਾ ਸੀਗਾ ਉਹ ਪਹਿਲੀ ਵਾਰੀ ਪ੍ਰਪੋਜ਼ ਕਦੋਂ ਕੀਤਾ ਜਾਂ ਕਿਹਨੇ ਦਿੱਤਾ। ਮਤਲਬ ਜਿਹੜਾ ਇੱਕ ਅਸੈਂਬਲੀ ਬਣਾਉਣ ਦਾ ਜਿਹੜਾ ਪ੍ਰਸਤਾਵ ਸੀਗਾ ਪਹਿਲੀ ਵਾਰੀ ਕਿਹਨੇ ਦਿੱਤਾ ਤੇ ਕਦੋਂ ਦਿੱਤਾ, ਇਹ ਪੁੱਛਿਆ ਜਾ ਸਕਦਾ। ਕੁਐਸਚਨ ਆਇਆ ਆਉਂਦਾ ਹੁੰਦਾ ਕਿ ਹੂ ਗੇਵ ਦਾ ਆਈਡੀਆ ਆਫ ਕਨਸਟੀਟਿਊਸ਼ਨ ਅਸੈਂਬਲੀ ਫਸਟ ਪ੍ਰਪੋਜ਼ਡ ਇਨ, ਕਿਹੜੇ ਈਅਰ ਤੇ ਬਾਈ ਵਟ, ਮਤਲਬ ਕਿਹਦੇ ਦੁਆਰਾ ਦਿੱਤਾ ਗਿਆ, ਬਾਈ ਹੋਮ। ਤਾਂ ਇਹਦਾ ਮਤਲਬ ਕੀ ਆ ਹੁਣ ਤੁਹਾਨੂੰ ਮੈਂ ਦੱਸਾਂ। ਜੇ ਆਪਾਂ ਗੱਲ ਕਰੀਏ ਇਹਦਾ ਜਿਹੜਾ ਆਈਡੀਆ ਹੈਗਾ ਪਹਿਲੀ ਵਾਰੀ 1934 ਵਿੱਚ ਦਿੱਤਾ ਸੀਗਾ, ਤੇ ਦਿੱਤਾ ਕਿਹਨੇ ਸੀਗਾ? ਇੱਕ ਬੰਦਾ ਹੈ MN ਰॉय। ਠੀਕ ਹੈ, ਸੁਣਿਆ ਹੋਊਗਾ ਤੁਸੀਂ ਸਾਹਮਣੇ ਨਾਮ, MN ਰॉय ਜੀ ਨੇ ਦਿੱਤਾ ਸੀਗਾ ਇਹ ਅਸੈਂਬਲੀ ਬਣਾਉਣ ਦਾ ਪ੍ਰਸਤਾਵ। ਇਸ ਤੋਂ ਬਾਅਦ ਹੁਣ ਅਗਰ ਆਪਾਂ ਗੱਲ ਕਰ ਲਈਏ ਇਹਦੀ ਫਸਟ ਮੀਟਿੰਗ ਦੀ ਗੱਲ ਕਰ ਲਈਏ ਵੀ ਇਹਦੀ ਪਹਿਲੀ ਮੀਟਿੰਗ ਕਦੋਂ ਹੋਈ ਹੈ, ਇਹ ਵੀ ਧਿਆਨ 'ਚ ਰੱਖਣਾ। ਇਹਦੀ ਪਹਿਲੀ ਮੀਟਿੰਗ ਕਦੋਂ ਹੋਈ ਹੈ ਰਾਜੇ? 9 ਦਸੰਬਰ 1946 ਨੂੰ ਪਹਿਲੀ ਮੀਟਿੰਗ ਹੋਈ ਹੈ। ਤਾਂ ਇੰਨੀ ਚੀਜ਼ਾਂ ਯਾਦ ਹੋ ਗਈਆਂ। ਹੁਣ ਅਗਲੇ ਪੇਜ ਤੇ ਚੱਲਦੇ ਹਾਂ ਆਪਾਂ। ਇੱਕ ਚੀਜ਼ ਹੋਰ ਯਾਦ ਰੱਖਣੀ ਆ, ਤੁਹਾਨੂੰ ਮੈਂ ਪੜ੍ਹਾਇਆ ਸੀਗਾ ਵੀ ਜਦੋਂ ਇਹ ਅਸੈਂਬਲੀ ਬਣਾਈ ਸੀਗੀ ਤਾਂ ਬਹੁਤ ਮਤਲਬ ਦੇਸ਼ ਦੇ ਕੋਨੇ-ਕੋਨੇ ਤੋਂ ਸਾਰੇ ਲੀਡਰ ਇਕੱਠੇ ਹੋ ਕੇ ਆਏ। ਮਤਲਬ ਤਾਂ ਇਹਦੇ ਵਿੱਚੋਂ ਇੱਕ ਬੰਦੇ ਨੂੰ ਟੈਂਪਰੇਰੀਲੀ ਕੀ ਚੁਣਿਆ ਗਿਆ? ਪ੍ਰੈਜ਼ੀਡੈਂਟ ਚੁਣਿਆ ਗਿਆ। ਤਾਂ ਇਹ ਪੁੱਛਿਆ ਜਾ ਸਕਦਾ ਵੀ ਇਹਦਾ ਟੈਂਪਰੇਰੀਲੀ ਪ੍ਰੈਜ਼ੀਡੈਂਟ ਕੌਣ ਸੀਗਾ ਤੇ ਪਰਮਾਨੈਂਟ ਪ੍ਰੈਜ਼ੀਡੈਂਟ ਕੌਣ ਸੀਗਾ। ਪਰਮਾਨੈਂਟ ਮੈਂ ਦੱਸ ਦਿੰਦਾ, ਪਹਿਲਾਂ ਤਾਂ ਟੈਂਪਰੇਰੀਲੀ ਪਤਾ ਹੋਣਾ ਚਾਹੀਦਾ ਹੈ। ਤਾਂ ਟੈਂਪਰੇਰੀਲੀ ਪ੍ਰੈਜ਼ੀਡੈਂਟ ਕੌਣ ਸੀਗਾ? ਇਹਦਾ ਡਾਕਟਰ ਸਚਦਾਨੰਦ ਸਿਨਹਾ। ਠੀਕ ਹੈ ਜੀ, ਇਹ ਯਾਦ ਰੱਖ ਲੈਣਾ ਤੁਸੀਂ। ਠੀਕ ਹੈ ਜੀ, ਇਹ ਬਹੁਤ ਵਾਰੀ ਪੁੱਛਿਆ ਜਾਂਦਾ ਹੈ, ਡਾਕਟਰ ਸਚਦਾਨੰਦ। ਠੀਕ ਹੈ ਜੀ, ਠੀਕ ਹੈ, ਇਹ ਯਾਦ ਰੱਖ ਲਿਓ। ਸਿਨਹਾ ਵੀ ਨਾਲ ਯਾਦ ਰੱਖ ਲਿਓ। ਇਸ ਤੋਂ ਬਾਅਦ ਕੀ ਹੋਇਆ ਫਿਰ? ਠੀਕ ਹੈ ਜੀ, ਇਹਦੇ ਜਿਹੜੇ ਬਾਅਦ ਚ ਇਲੈਕਸ਼ਨ ਹੋਈ। ਇਲੈਕਸ਼ਨ ਹੋਣ ਤੋਂ ਬਾਅਦ, ਵੋਟਾਂ ਪੈਣ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਬਣੇ ਸੀਗੇ ਉਹ 11 ਦਸੰਬਰ 1946 ਨੂੰ ਇਹਦੇ ਪਰਮਾਨੈਂਟ ਪ੍ਰੈਜ਼ੀਡੈਂਟ ਚੁਣੇ ਗਏ। ਉਹ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ ਜੀ, ਡਾਕਟਰ ਰਾਜਿੰਦਰ ਪ੍ਰਸਾਦ। ਮੈਂ ਪੰਜਾਬੀ 'ਚ ਲਿਖ ਦਿੰਦਾ ਨਾਲ, ਕਈ ਬੱਚੇ ਕਹਿਣਗੇ ਪੰਜਾਬੀ 'ਚ ਨਹੀਂ ਲਿਖ ਰਹੇ ਸਰ। ਡਾਕਟਰ ਰਾਜਿੰਦਰ ਪ੍ਰਸਾਦ ਨੂੰ ਕੀ ਬਣਾਇਆ ਗਿਆ ਰਾਜੇ? ਪ੍ਰੈਜ਼ੀਡੈਂਟ ਬਣਾਇਆ ਗਿਆ, ਯਾਨੀ ਕਿ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਪ੍ਰਧਾਨ। ਤੇ ਇਹਦੇ ਇੱਕ ਉਪ ਪ੍ਰਧਾਨ ਵੀ ਬਣਾਏ ਗਏ ਸੀਗੇ। ਠੀਕ ਹੈ ਜੀ, ਪ੍ਰਧਾਨ ਵੀ ਬਣਾਏ ਗਏ ਸੀ ਤੇ ਵਾਈਸ ਪ੍ਰੈਜ਼ੀਡੈਂਟ ਵੀ ਬਣਾਏ ਗਏ ਸੀ। ਤਾਂ ਵਾਈਸ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆ ਸੀਗਾ? HC ਮੁਖਰਜੀ ਨੂੰ ਬਣਾਇਆ ਗਿਆ ਸੀਗਾ। ਤਾਂ ਇਹ ਸਾਰੀਆਂ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਇਸ ਅਸੈਂਬਲੀ ਦੇ ਬਾਰੇ। ਠੀਕ ਹੈ ਜੀ, ਹੁਣ ਅੱਗੇ ਜਾ ਕੇ ਆਪਾਂ ਪੜਾਂਗੇ ਵੀ ਇਹਦੇ ਕਿੰਨੇ ਸੈਸ਼ਨ ਹੋਏ ਸੀਗੇ, ਕਿੰਨੇ ਸਾਲ, ਕਿੰਨੇ ਮਹੀਨੇ ਚੱਲੀ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਕੁਐਸਚਨ ਦੇ ਅਕੋਰਡਿੰਗ ਆਪਾਂ ਡਿਟੇਲ ਦੱਸਤੀ ਤੁਹਾਨੂੰ ਸਾਰੀ। ਕੁਐਸਚਨ ਕੀ ਸੀਗਾ ਵੀ ਇਹਦੀ ਲਾਸਟ ਮੀਟਿੰਗ ਕਦੋਂ ਹੋਈ ਹੈ? 26 ਨਵੰਬਰ 1949।
ਕਿਹੜੇ ਮਿਸ਼ਨ ਦੇ ਤਹਿਤ ਆਈ ਹੈ। ਠੀਕ ਹੈ ਜੀ, ਇਹਦਾ ਪਹਿਲੀ ਵਾਰੀ ਆਈਡੀਆ ਕਿਹਨੇ ਦਿੱਤਾ ਸੀਗਾ? ਐਮਨ ਰॉय ਨੇ ਦਿੱਤਾ ਸੀਗਾ 1934 ਦੇ ਵਿੱਚ, ਤੇ ਪਹਿਲੀ ਮੀਟਿੰਗ ਇਹਦੀ 9 ਦਸੰਬਰ 1946 ਨੂੰ ਹੋਈ ਸੀਗੀ। ਚਲੋ ਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਅਗਲਾ ਪ੍ਰਸ਼ਨ ਉਹ ਪੁੱਛ ਰਿਹਾ ਹੈ, ਠੀਕ ਹੈ ਜੀ, ਇਹ ਕੁਐਸਚਨ ਲੰਬਾ ਕਰਕੇ ਪੰਜਾਬੀ ਵਾਲਾ ਜਿਹੜਾ ਕੁਐਸਚਨ ਹੈਗਾ ਉਹ ਮੈਂ ਅਗਲੇ ਪੇਜ ਤੇ ਪਾਇਆ ਹੋਇਆ। ਠੀਕ ਹੈ ਜੀ, ਪੰਜਾਬੀ ਵਾਲਾ ਕੁਐਸਚਨ ਅਗਲੇ ਪੇਜ ਤੇ ਆ, ਦੇਖੋ ਜਿਹਨੇ ਪੜ੍ਹਨਾ ਹੋਊਗਾ ਬਾਅਦ ਜਾ ਕੇ ਪੜ੍ਹ ਲਿਓ। ਹੁਣ ਆਪਾਂ ਗੱਲ ਕਰਦੇ ਹਾਂ, ਕਹਿੰਦਾ ਵਿਚ ਆਫ ਦਾ ਫੋਲੋਇੰਗ ਪ੍ਰੋਵੀਜ਼ਨਸ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ become effective from the 26 ਨਵੰਬਰ 1949। ਕਹਿੰਦਾ ਵੀ ਲਿਖਿਆਂ ਵਿੱਚੋਂ ਕਿਹੜੀਆਂ ਪ੍ਰੋਵੀਜ਼ਨ ਦਾ ਮਤਲਬ ਹੁੰਦਾ ਵੀ ਕਿਹੜੀਆਂ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ ਉਹਨੂੰ ਵਰਤਣ ਦਾ ਅਧਿਕਾਰ ਆਪਾਂ ਨੂੰ 26 ਨਵੰਬਰ 1949 ਨੂੰ ਮਿਲ ਗਿਆ ਸੀਗਾ। ਠੀਕ ਹੈ ਜੀ, ਹੁਣ ਤੁਸੀਂ ਇੱਕ ਕੰਮ ਕਰਨਾ, ਤੁਸੀਂ ਮੈਨੂੰ ਕਮੈਂਟ ਬਾਕਸ ਦੱਸਣਾ ਵੀ ਜਿਹੜਾ ਆਪਣਾ ਸੰਵਿਧਾਨ ਹੈਗਾ, ਠੀਕ ਹੈ ਜੀ, ਇਹ ਕਿਸ ਦਿਨ ਲਾਗੂ ਕੀਤਾ ਗਿਆ। ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੱਸਣਾ। ਬਾਈ ਬੱਚਿਆਂ ਵਾਲਾ ਸਵਾਲ ਹੈ, ਪਰ ਮੈਂ ਪੁੱਛਣਾ ਤਾਂ ਚਾਹੁੰਦਾ, ਕਈ ਵਾਰੀ ਹੋ ਸਕਦਾ ਵੀ ਨਵੇਂ ਬੱਚੇ ਆਪਣੇ ਨਾਲ ਜੁੜੇ ਹੋਣ। ਤਾਂ 26 ਨਵੰਬਰ 1949 ਨੂੰ ਆਪਾਂ ਨੂੰ ਕਿਹੜੀਆਂ ਪ੍ਰੋਵੀਜ਼ਨ ਮਿਲੀਆਂ, ਇਹਦੇ ਵਿੱਚੋਂ ਤੁਹਾਨੂੰ ਮੈਂ ਦੱਸ ਦਿੰਦਾ। 26 ਨਵੰਬਰ 1949 ਨੂੰ ਆਪਾਂ ਨੂੰ 3 ਪ੍ਰੋਵੀਜ਼ਨ ਮਿਲੀਆਂ ਸੀਗੀਆਂ। ਠੀਕ ਹੈ ਜੀ, ਬਾਕੀ ਕਦੋਂ ਮਿਲੀਆਂ ਵੈਸੇ ਤਾਂ ਤੁਸੀਂ ਕਮੈਂਟ ਕਰ ਦਿਓ ਹੁਣ। ਠੀਕ ਹੈ, ਵੀਡੀਓ ਪੌਜ਼ ਕਰਕੇ, ਕਿਉਂਕਿ ਇਹਦੇ ਵਿੱਚ ਮੈਨੂੰ ਦੱਸਣਾ ਪਊਗਾ ਫਿਰ ਡੇਟ, ਉਹੀ ਡੇਟ ਜਿਹਦੇ ਬਾਰੇ ਮੈਂ ਤੁਹਾਨੂੰ ਪੁੱਛ ਰਿਹਾ। ਹੁਣ ਦੇਖੋ ਇਹਦੇ ਵਿੱਚ ਕੀ ਹੈ ਜੀ, ਆਪਾਂ ਨੂੰ ਜੇ ਮੈਂ ਗੱਲ ਕਰਾਂ ਤਾਂ ਆਪਾਂ ਨੂੰ ਜਿਹੜੀਆਂ ਹੈਗੀਆਂ ਨੇ ਰਾਜੇ 3 ਪ੍ਰੋਵੀਜ਼ਨ ਮਿਲੀਆਂ ਸੀਗੀਆਂ। ਉਹ ਕਿਹੜੀਆਂ ਨੇ ਤੁਹਾਨੂੰ ਮੈਂ ਦੱਸ ਦਿੰਦਾ। ਇਹ ਮੈਂ ਗੱਲ ਕਰ ਰਿਹਾ 26 ਨਵੰਬਰ 1949 ਦੀ ਗੱਲ ਕਰ ਰਿਹਾ। ਪਹਿਲੀ ਤਾਂ ਆਪਾਂ ਨੂੰ ਇਲੈਕਸ਼ਨ ਦੀ ਮਿਲ ਗਈ ਸੀਗੀ, ਤਾਂ ਹੀ ਤਾਂ ਆਪਾਂ ਇਲੈਕਸ਼ਨ ਕਰਵਾ ਕੇ ਕੀ ਬਣਾਈ ਸੀਗੀ, ਅਸੈਂਬਲੀ ਬਣਾਈ ਸੀਗੀ। ਇਲੈਕਸ਼ਨ ਦੀ ਮਿਲ ਗਈ ਸੀਗੀ ਤੇ ਸਿਟੀਜ਼ਨਸ਼ਿਪ। ਹੁਣ ਸਿਟੀਜ਼ਨਸ਼ਿਪ ਤਾਂ ਹੈ ਕਿਉਂਕਿ ਦੇਖੋ ਉਸ ਟਾਈਮ ਤੇ ਵੰਡ ਮੌਕੇ ਆਪਾਂ ਕਹਿਤਾ ਸੀ ਵੀ ਜਿਹੜਾ ਭਾਰਤ ਰਹਿਣਾ ਚਾਹੁੰਦਾ ਭਾਰਤ ਰਵੇ, ਜਿਹੜਾ ਪਾਕਿਸਤਾਨ ਰਹਿਣਾ ਚਾਹੁੰਦਾ ਪਾਕਿਸਤਾਨ ਚਲਾ ਜਾਵੇ। ਤਾਂ ਬਹੁਤ ਜ਼ਿਆਦਾ ਮਤਲਬ ਕੀ ਪ੍ਰਵਾਸ ਹੋਇਆ ਹਨਾ, ਉਜਾੜਾ ਹੋਇਆ। ਤਾਂ ਕੁਝ ਲੋਕ ਪਾਕਿਸਤਾਨ ਤੋਂ ਉੱਠ ਕੇ ਭਾਰਤ ਆ ਗਏ, ਭਾਰਤ ਵਾਲੇ ਬੰਦੇ ਕੁਝ ਮੁਸਲਮਾਨ ਉੱਠ ਕੇ ਪਾਕਿਸਤਾਨ ਚਲੇ ਗਏ। ਤਾਂ ਸਿਟੀਜ਼ਨਸ਼ਿਪ ਦਾ ਉਦੋਂ ਪ੍ਰੋਵੀਜ਼ਨ ਆਪਾਂ ਨੂੰ ਜ਼ਰੂਰੀ ਸੀਗੀ। ਤੇ ਤੀਜੀ ਜਿਹੜੀ ਉਦੋਂ ਪ੍ਰੋਵੀਜ਼ਨ ਆਪਾਂ ਨੂੰ ਮਿਲੀ ਹੈ ਉਸ ਟਾਈਮ ਤੇ, ਠੀਕ ਹੈ ਜੀ, ਇਲੈਕਸ਼ਨ ਹੋ ਗਈ, ਸਿਟੀਜ਼ਨਸ਼ਿਪ ਹੋ ਗਈ ਤੇ ਪਾਰਲੀਮੈਂਟ। ਠੀਕ ਹੈ ਜੀ, ਪਾਰਲੀਮੈਂਟ। ਠੀਕ ਹੈ, ਪਾਰਲੀਮੈਂਟ ਵੀ ਬਣਾਈ ਸੀ ਆਪਾਂ। ਇਹ 3 ਜਿਹੜੀਆਂ ਪ੍ਰੋਵੀਜ਼ਨ ਹੈਗੀਆਂ ਨੇ ਰਾਜੇ, ਇਹ ਆਪਾਂ ਨੂੰ ਕਦੋਂ ਮਿਲੀਆਂ ਸੀਗੀਆਂ? ਇਹ ਮਿਲ ਗਈਆਂ ਸੀ 26 ਨਵੰਬਰ 1949 ਨੂੰ। ਬਾਕੀ ਜਿਹੜੀਆਂ ਬਚ ਗਈਆਂ ਪ੍ਰੋਵੀਜ਼ਨ, ਜਿਹਦੇ ਵਿੱਚ ਆਪਾਂ ਅੱਗੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਜਿੰਨਾ ਵੀ ਆਪਾਂ ਸੰਵਿਧਾਨ ਪੜ੍ਹਦੇ ਹਾਂ ਲਟਰਮ ਪਟਰਮ ਸਾਰਾ, ਉਹ ਸਾਰਾ ਕਦੋਂ ਹੋਇਆ ਸੀਗਾ ਰਾਜੇ? ਉਹ ਸਾਰਾ ਹੋਇਆ ਸੀ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਸੰਵਿਧਾਨ ਕਦੋਂ ਲਾਗੂ ਹੋਇਆ ਆਪਣਾ? 26 ਜਨਵਰੀ 1950 ਨੂੰ ਲਾਗੂ ਹੋਇਆ। ਠੀਕ ਹੈ ਜੀ, ਤਾਂ ਆਹ ਦੇਖੋ, ਤਾਂ ਹੀ ਤਾਂ ਆਪਾਂ ਉਦੋਂ ਗਣਤੰਤਰ ਦਿਵਸ ਮਨਾਉਣੇ ਆ ਨਾ। ਤਾਂ 26 ਜਨਵਰੀ 1950 ਨੂੰ ਬਾਕੀ ਸਾਰੀਆਂ ਜਿਹੜੀਆਂ ਸੀਗੀਆਂ ਪ੍ਰੋਵੀਜ਼ਨ ਆਪਾਂ ਨੂੰ ਮਿਲ ਗਈਆਂ ਸੀਗੀਆਂ। ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਆ। ਹੁਣ ਦੇਖੋ ਇਹਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਤਾਂ 1 ਐਂਡ 2 ਇਹਨੇ ਪੁੱਛਿਆ ਵੀ ਕਿਹੜੀ ਪ੍ਰੋਵੀਜ਼ਨ ਮਿਲ ਗਈਆਂ ਸੀਗੀਆਂ। ਤਾਂ ਇਲੈਕਸ਼ਨ ਮਿਲ ਗਈ ਸੀ, ਸਿਟੀਜ਼ਨਸ਼ਿਪ ਮਿਲ ਗਈ ਸੀ। ਜੇ ਇੱਥੇ ਪਾਰਲੀਮੈਂਟ ਪਿਆ ਹੁੰਦਾ ਆਪਾਂ ਪਾਰਲੀਮੈਂਟ ਵੀ ਕਹਿ ਦਿੰਦੇ। ਪਰ ਹੁਣ ਜਿਹੜੀ ਐਮਰਜੈਂਸੀ ਪ੍ਰੋਵੀਜ਼ਨ ਹੋ ਗਈ ਆ ਤੇ ਅਪਾਇੰਟਮੈਂਟ ਆਫ ਜੱਜਿਸ ਹੈਗੇ ਆ, ਇਹ ਆਪਾਂ ਨੂੰ ਨਹੀਂ ਮਿਲੀ ਸੀਗੀ। ਇਹ ਕਦੋਂ ਮਿਲੀ ਆਪਾਂ ਨੂੰ? ਇਹ ਮਿਲੀ ਹੈ 26 ਜਨਵਰੀ 1950 ਨੂੰ ਮਿਲੀ ਹੈ। ਪਰ ਇਹਦੇ ਬਾਰੇ ਆਪਾਂ ਪੜ੍ਹ ਲੈਂਦੇ ਥੋੜਾ ਜਿਹਾ। ਹੁਣ ਦੇਖੋ ਵੈਸੇ ਤਾਂ ਸਭ ਨੂੰ ਪਤਾ ਹੋਊਗਾ ਰਾਜੇ, ਆਪਣੇ ਕੋਲੇ ਐਮਰਜੈਂਸੀ ਪ੍ਰੋਵੀਜ਼ਨ ਆਪਣੇ ਕੋਲੇ 3 ਨੇ। ਕਿਹੜੀਆਂ ਨੇ? ਪਹਿਲਾਂ ਤਾਂ ਆਪਣੇ ਕੋਲੇ ਇੱਕ ਆ ਜਾਂਦੀ ਹੈ ਨੈਸ਼ਨਲ ਐਮਰਜੈਂਸੀ। ਤੁਸੀਂ ਸ਼ਾਇਦ ਪੜ੍ਹਿਆ ਹੀ ਹੋਊਗਾ ਸਾਰਿਆਂ ਨੂੰ। ਇਹ ਰਿਵਾਈਜ਼ ਕਰਾਉਣ ਵਾਸਤੇ ਮੈਂ ਇੰਨੀ ਡਿਟੇਲ 'ਚ ਕਰ ਰਿਹਾ। ਠੀਕ ਹੈ, ਵੈਸੇ ਤਾਂ ਇਹ ਡਿਟੇਲ ਤੁਹਾਨੂੰ ਖੁਦ ਪਤਾ ਹੋਣੀ ਚਾਹੀਦੀ ਹੈ ਜੇ ਤੁਸੀਂ ਥਿਊਰੀ ਪੜ੍ਹੀ ਹੋਈ ਹੈ। ਤਾਂ ਨੈਸ਼ਨਲ ਐਮਰਜੈਂਸੀ ਜਿਹੜੀ ਕਿ ਆਪਾਂ ਆਰਟੀਕਲ ਨੰਬਰ 352 'ਚ ਪੜ੍ਹਦੇ ਹਾਂ। ਠੀਕ ਹੈ ਜੀ, ਨੈਸ਼ਨਲ ਐਮਰਜੈਂਸੀ। ਤਾਂ ਨੈਸ਼ਨਲ ਐਮਰਜੈਂਸੀ ਜਿਹੜੀ ਹੈਗੀ ਆ ਰਾਜੇ, ਜੇ ਮੰਨ ਲਓ ਕੋਈ ਆਪਣੇ ਜੰਗ ਲੱਗ ਗਈ ਹਨਾ, ਜਿਹਦੇ ਵਿੱਚ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਹੁੰਦੇ ਆ ਉਹ ਕੀ ਕਰ ਦਿੱਤੇ ਜਾਂਦੇ ਆ, ਉਹ ਸਸਪੈਂਡ ਕਰ ਦਿੱਤੇ ਜਾਂਦੇ ਆ। ਠੀਕ ਹੈ ਜੀ, ਜੇ ਕੋਈ ਜੰਗ ਲੱਗ ਗਈ ਮੰਨ ਲਓ, ਨੈਸ਼ਨਲ ਐਮਰਜੈਂਸੀ ਤਾਂ ਲੱਗਦੀ ਹੈ। ਜਾਂ ਕੋਈ ਇੰਟਰਨਲ ਮੰਨ ਲਓ ਹੋ ਸਕਦਾ ਵੀ ਇੰਟਰਨਲ ਕੋਈ ਦੇਸ਼ ਨੂੰ ਖਤਰਾ ਹੋ ਗਿਆ, ਤਾਂ ਵੀ ਨੈਸ਼ਨਲ ਐਮਰਜੈਂਸੀ ਲੱਗੂਗੀ। ਤੇ ਆਪਣੇ ਦੇਸ਼ ਦੇ ਵਿੱਚ ਕਿੰਨੀ ਵਾਰੀ ਲੱਗੀ ਹੈ? ਹੁਣ ਤੱਕ 3 ਵਾਰੀ ਲੱਗੀ ਹੈ। 1962 ਨੂੰ ਲੱਗੀ ਸੀ, 1971 ਨੂੰ ਲੱਗੀ ਸੀ ਤੇ 75 ਨੂੰ ਲੱਗੀ ਸੀ। ਇਹ ਵੀ ਯਾਦ ਰੱਖ ਲਿਓ। ਜਿਹੜੀ ਦੂਜੀ ਐਮਰਜੈਂਸੀ ਹੈਗੀ ਹੈ, ਜਿਹਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਆ। ਠੀਕ ਹੈ ਜੀ, ਜਿਹਨੂੰ ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਆ, ਜਾਂ ਫਿਰ ਆਪਾਂ ਕਹਿ ਦਿੰਦੇ ਆ ਸਟੇਟ, ਤੇ ਜਾਂ ਫਿਰ ਸਟੇਟ ਕਹਿ ਦਿੰਦੇ ਆ, ਜਾਂ ਫਿਰ ਸੰਵਿਧਾਨਿਕ, ਕਨਸਟੀਟਿਊਸ਼ਨਲ। ਠੀਕ ਹੈ ਜੀ, ਇਹ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਵਰਡ। ਇਹ ਸਾਰੇ ਜਿਹੜੇ ਵਰਡ ਹੈਗੇ ਆ ਤੁਹਾਡੇ ਵਾਸਤੇ ਪਤਾ ਹੋਣੇ ਚਾਹੀਦੇ ਆ। ਇੱਥੇ ਲਿਖ ਲਿਓ ਐਮਰਜੈਂਸੀ। ਇਹ ਕਿਹੜਾ ਆਰਟੀਕਲ ਹੈ? ਇਹ ਆਰਟੀਕਲ ਨੰਬਰ ਕਿੰਨਾ ਤੁਹਾਡਾ? 356। ਠੀਕ ਹੈ ਜੀ, ਨਾਲ ਇਹਨੂੰ ਇਹ ਵੀ ਯਾਦ ਰੱਖਣਾ ਰਾਸ਼ਟਰਪਤੀ ਰੂਲ ਜਿਹਨੂੰ ਆਪਾਂ ਕਹਿ ਦਿੰਦੇ ਆ ਪ੍ਰੈਜ਼ੀਡੈਂਟ ਰੂਲ। ਠੀਕ ਹੈ ਜੀ, ਇਹ ਆਪਣੀ ਸਟੇਟਾਂ ਦੇ ਵਿੱਚ ਲੱਗਦਾ। ਠੀਕ ਹੈ, ਤੁਹਾਨੂੰ ਸਭ ਨੂੰ ਪਤਾ ਹੋਊਗਾ। ਅੱਛਾ, ਹੁਣ ਇੱਥੇ ਕੁਐਸਚਨ ਇਹ ਬਣ ਜਾਂਦਾ ਵੀ ਆਪਣੇ ਪੰਜਾਬ 'ਚ ਕਿੰਨੀ ਵਾਰੀ ਲੱਗਿਆ? ਕਿਉਂਕਿ ਹੁਣ ਆਪਾਂ ਪੰਜਾਬ ਨੂੰ ਬਿਲੋਂਗ ਕਰਦੇ ਆ, ਤਾਂ ਪੰਜਾਬ ਦੇ ਵਿੱਚ ਹੁਣ ਤੱਕ 8 ਵਾਰੀ ਲੱਗ ਚੁੱਕਿਆ। ਠੀਕ ਹੈ ਜੀ, ਕਦੋਂ ਲੱਗਾ ਇਹ ਵੀ ਪਤਾ ਹੋਣਾ ਚਾਹੀਦਾ। 1951 ਨੂੰ ਲੱਗਾ ਸੀਗਾ, ਫਿਰ 66 ਨੂੰ ਲੱਗਾ, 68 ਨੂੰ ਲੱਗਾ, 71, 77, 80, 83, 87। ਠੀਕ ਹੈ ਜੀ, ਮੈਨੂੰ ਲੱਗਦਾ ਹੋ ਗਏ 10 ਹਨਾ। 1 2 3 4 5 6 7 1 2 3 4 5 6 7 8 ਹੋ ਗਏ। ਅੱਛਾ 87 ਇਹਨੇ ਸੱਚ 8 ਵਾਰੀ ਲੱਗਾ, ਸੌਰੀ 10 ਕਹੀ ਜਾਂਦਾ, 8 ਵਾਰੀ ਲੱਗਾ। ਤੇ ਮੈਕਸਿਮਮ ਕਈ ਵਾਰ ਪੁੱਛ ਲੈਂਦੇ ਆ ਕਿ ਮੈਕਸਿਮਮ ਟਾਈਮ ਕਿੱਥੇ ਲੱਗਾ, ਮੈਕਸਿਮਮ ਕਿਹੜੀ ਸਟੇਟ ਦੇ ਵਿੱਚ ਲੱਗਾ?
ਤਾਂ ਹੁਣ ਤੱਕ ਤਾਂ ਮਣੀਪੁਰ ਹੀ ਹੈ, ਠੀਕ ਹੈ ਜੀ। ਮਣੀਪੁਰ ਦੇ ਵਿੱਚ ਲੱਗਾ ਮੈਕਸਿਮਮ, ਠੀਕ ਹੈ, ਯਾਦ ਰੱਖ ਲਿਓ। ਓਕੇ ਹੈ ਜੀ, ਕਈ ਬੱਚੇ ਯੂਪੀ ਲਾਏ ਹੁੰਦੇ ਪਰ ਮਣੀਪੁਰ ਦੇ ਵਿੱਚ ਸਭ ਤੋਂ ਵੱਧ ਲੱਗਿਆ ਹੈ। ਦੋ ਤਰ੍ਹਾਂ ਦੀ ਐਮਰਜੈਂਸੀ ਹੋਗੀ। ਤੀਜੀ ਐਮਰਜੈਂਸੀ ਆਪਾਂ ਨੂੰ ਪਤਾ ਹੀ ਹੈ ਫਾਈਨੈਂਸ਼ੀਅਲ ਐਮਰਜੈਂਸੀ, ਜਿਹੜੀ ਕਿ ਹਜੇ ਤੱਕ ਕਦੇ ਵੀ ਨਹੀਂ ਲੱਗੀ ਆਪਣੀ, ਪਰ ਤੁਸੀਂ ਆਰਟੀਕਲ ਯਾਦ ਰੱਖਣਾ ਵੀ ਕਿਹੜੇ ਆਰਟੀਕਲ ਦੇ ਅੰਡਰ ਆਉਂਦੀ ਹੈ, ਠੀਕ ਹੈ ਜੀ। ਫਾਈਨੈਂਸ਼ੀਅਲ ਐਮਰਜੈਂਸੀ, ਠੀਕ ਹੈ ਜੀ। ਫਾਈਨੈਂਸ਼ੀਅਲ ਐਮਰਜੈਂਸੀ ਆਉਂਦੀ ਆ ਆਰਟੀਕਲ ਨੰਬਰ 360 ਦੇ ਅੰਡਰ ਆਉਂਦੀ ਹੈ, ਠੀਕ ਹੈ। ਤਾਂ ਆ ਪੜ੍ਹਾ ਰਿਹਾ ਤੁਹਾਨੂੰ ਮੈਂ ਐਮਰਜੈਂਸੀ ਪ੍ਰੋਵੀਜ਼ਨ। ਆਪਣੇ ਕੋਲੇ ਤਿੰਨ ਤਰ੍ਹਾਂ ਦੀਆਂ ਐਮਰਜੈਂਸੀ ਪ੍ਰੋਵੀਜ਼ਨ ਹੈਗੀਆਂ ਨੇ। ਨੈਸ਼ਨਲ ਐਮਰਜੈਂਸੀ, ਠੀਕ ਹੈ ਜੀ, ਆਰਟੀਕਲ 352 ਤਿੰਨ ਵਾਰੀ ਲੱਗੀ ਹੈ ਦੇਸ਼ ਦੇ ਵਿੱਚ, 62, 71 ਤੇ 75। ਸਟੇਟ ਮਤਲਬ ਕਿ ਜੇ ਮੰਨ ਲਓ ਸਟੇਟ ਦਾ ਜਿਹੜਾ ਮੁੱਖ ਮੰਤਰੀ ਹੈਗਾ ਉਹ ਆਪਣੀ ਸਰਕਾਰ ਚਲਾਉਣ 'ਚ ਫੇਲ ਹੋ ਜੇ, ਠੀਕ ਹੈ ਜੀ, ਤਾਂ ਉੱਥੇ ਗਵਰਨਰ ਕੀ ਕਰਦਾ, ਫਿਰ ਰਾਸ਼ਟਰਪਤੀ ਨੂੰ ਕੀ ਕਹਿੰਦਾ ਵੀ ਇੱਥੇ ਤੁਸੀਂ ਆਪਣਾ ਪ੍ਰੈਜ਼ੀਡੈਂਟ ਰੂਲ ਲਗਾ ਦਿਓ। ਤਾਂ ਪ੍ਰੈਜ਼ੀਡੈਂਟ ਰੂਲ ਲੱਗ ਜਾਂਦਾ। ਪੰਜਾਬ 'ਚ 8 ਵਾਰੀ ਲੱਗਾ, 51 ਨੂੰ ਲੱਗਾ, 66, 68, 71, 77, 80, 83 ਤੇ 87। ਕੱਲ ਮੈਂ ਵੀਡੀਓ ਪੜਾਈ ਸੀ ਨਾ ਵੀ ਉਹ ਪੁਲਿਸ ਦਾਖਲ ਹੋ ਜਾਂਦੀ ਹੈ, ਠੀਕ ਹੈ, ਅੰਮ੍ਰਿਤਸਰ ਗੋਲਡਨ ਟੈਂਪਲ, ਉਦੋਂ ਲੱਗਿਆ ਸੀ ਉਹ ਪ੍ਰੈਜ਼ੀਡੈਂਟ ਰੂਲ, ਠੀਕ ਹੈ ਜੀ। ਕੱਲ ਜੇ ਵੀਡੀਓ ਨਹੀਂ ਦੇਖੀ, ਕੱਲ ਵਾਲੀ ਵੀਡੀਓ ਵੀ ਦੇਖ ਲਿਓ, ਪੰਜਾਬੀ ਸੂਬਾ ਮੂਵਮੈਂਟ ਵਾਲੀ। ਤਾਂ ਮੈਕਸਿਮਮ ਸਟੇਟ ਜਿਹੜੀ ਹੈਗੀ ਜਿਹਦੇ ਵਿੱਚ ਲੱਗਿਆ ਪ੍ਰੈਜ਼ੀਡੈਂਟ ਰੂਲ ਉਹ ਹੈਗੀ ਆ ਜੀ ਮਣੀਪੁਰ। ਤੇ ਫਾਈਨੈਂਸ਼ੀਅਲ ਐਮਰਜੈਂਸੀ ਹੁੰਦੀ ਹੈ ਜੀ ਆਰਟੀਕਲ 360। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜੇ ਅਪਾਇੰਟਮੈਂਟ ਆਫ ਜੱਜਿਸ ਦੀ, ਠੀਕ ਹੈ ਜੀ। ਇਹ ਚਲੋ ਵੈਸੇ ਤਾਂ ਸੁਪਰੀਮ ਕੋਰਟ ਤੁਹਾਨੂੰ ਆਪਣੇ ਆਪ ਪੜ੍ਹਨਾ ਚਾਹੀਦਾ ਹੈ, ਠੀਕ ਹੈ, ਸਭ ਨੂੰ ਪਤਾ ਹੋਊਗਾ। ਜਿਹੜਾ ਆਰਟੀਕਲ ਆਪਣੇ ਸੰਵਿਧਾਨ ਦਾ 124 ਹੈ, ਇਹ ਆਪਾਂ ਨੂੰ ਕੀ ਪ੍ਰੋਵੀਜ਼ਨ ਦਿੰਦਾ ਹੈ? ਇਹ ਪ੍ਰੋਵੀਜ਼ਨ ਦਿੰਦਾ ਵੀ ਸੁਪਰੀਮ ਕੋਰਟ ਦੇ ਵਿੱਚ ਕੀ ਹੋਊਗਾ, ਸੁਪਰੀਮ ਕੋਰਟ ਆਫ ਇੰਡੀਆ। ਮੈਂ ਐਸਸੀ ਲਿਖ ਰਿਹਾ, ਠੀਕ ਹੈ, ਸ਼ਡਿਊਲ ਕਾਸਟ ਨਾ ਸਮਝਿਓ ਬੇਟਾ, ਇੱਥੇ ਸੁਪਰੀਮ ਕੋਰਟ ਮੈਂ ਕਹਿ ਰਿਹਾ। ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਕਹਿੰਦਾ ਕੀ ਹੋਣਾ ਚਾਹੀਦਾ ਹੈ? ਸੁਪਰੀਮ ਕੋਰਟ ਇੰਡੀਆ ਹੋਊਗੀ ਵਿਦ ਚੀਫ ਜਸਟਿਸ ਆਫ ਇੰਡੀਆ ਐਂਡ ਅਦਰ ਜੱਜਿਸ, ਠੀਕ ਹੈ ਜੀ, ਐਂਡ, ਠੀਕ ਹੈ ਜੀ, ਅਦਰ ਜੱਜਿਸ। ਜਿਹੜੇ ਅਦਰ ਜੱਜਿਸ ਵਾਲਾ ਹੈਗਾ ਕਲੌਜ਼, ਉਹ ਕਲੌਜ਼ ਨੰਬਰ 2 ਹੈ, ਠੀਕ ਹੈ। ਇਹ ਆਰਟੀਕਲ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਤੇ ਤੁਹਾਨੂੰ ਸਭ ਨੂੰ ਪਤਾ ਵੀ ਜਿਹੜੀ ਆਪਣੀ ਸੁਪਰੀਮ ਕੋਰਟ ਹੈਗੀ ਹੈ ਇੰਡੀਆ ਦੀ, ਇਹ ਕਦੋਂ ਬਣੀ ਸੀਗੀ? ਇਹ 28 ਜਨਵਰੀ 1950 ਨੂੰ ਬਣੀ ਸੀ। ਜਦੋਂ ਇਹ 28 ਜਨਵਰੀ 1950 ਨੂੰ ਬਣੀ ਸੀ ਤਾਂ ਇਹਦੇ ਵਿੱਚ ਟੋਟਲ ਕਿੰਨੇ ਜੱਜ ਸੀਗੇ ਉਦੋਂ? ਇਸ ਟਾਈਮ ਦੇ ਵਿੱਚ ਇਹਦੇ ਵਿੱਚ 8 ਜੱਜਿਸ ਸੀਗੇ। 8 ਜੱਜਿਸ ਦੇ ਵਿੱਚ ਕੀ ਆ ਜੀ, ਇੱਕ ਚੀਫ ਜਸਟਿਸ ਹੁੰਦਾ ਤੇ ਪਲੱਸ 7 ਹੋਰ ਜੱਜ ਸੀਗੇ, ਠੀਕ ਹੈ। ਉਸ ਟਾਈਮ ਦੀ ਗੱਲ ਕਰ ਰਹੇ ਹਾਂ। ਹੁਣ ਐਟ ਪ੍ਰੈਜ਼ੈਂਟ ਅਗਰ ਆਪਾਂ ਗੱਲ ਕਰੀਏ ਵੀ ਐਟ ਪ੍ਰੈਜ਼ੈਂਟ, ਠੀਕ ਹੈ ਜੀ, ਐਟ ਪ੍ਰੈਜ਼ੈਂਟ ਕਿੰਨੇ ਨੇ ਆਪਣੇ ਸੁਪਰੀਮ ਕੋਰਟ ਦੇ ਵਿੱਚ? ਤਾਂ ਐਟ ਪ੍ਰੈਜ਼ੈਂਟ 34 ਜੱਜ ਨੇ, ਠੀਕ ਹੈ ਜੀ, 34 ਜੱਜਿਸ ਨੇ, ਜਿਹਦੇ ਵਿੱਚੋਂ, ਠੀਕ ਹੈ ਜੀ, ਇੱਕ ਕੀ ਹੈ ਜੀ ਚੀਫ ਜਸਟਿਸ ਆਫ ਇੰਡੀਆ ਤੇ 33 ਕੀ ਨੇ ਆਪਣੇ ਕੋਲੇ ਅਦਰ ਜੱਜਿਸ ਨੇ, ਠੀਕ ਹੈ। ਇਹ ਯਾਦ ਰੱਖਣ ਵਾਲੀਆਂ ਗੱਲਾਂ ਨੇ, ਇਹ ਤੁਹਾਨੂੰ ਪੁੱਛਿਆ ਜਾਊਗਾ। ਅੱਛਾ ਕਿਸੇ ਨੂੰ, ਅੱਛਾ ਹੁਣ ਤੁਸੀਂ ਮੈਨੂੰ ਇੱਕ, ਮੈਂ ਹੁਣ ਦੱਸ ਰਿਹਾ ਫਸਟ ਜਿਹੜਾ ਚੀਫ ਜਸਟਿਸ ਆਫ ਇੰਡੀਆ ਸੀਗਾ ਉਹ ਕੌਣ ਸੀਗਾ? ਐਚ.ਜੀ. ਕਾਨੀਆ, ਠੀਕ ਹੈ ਜੀ, ਐਚ.ਜੇ, ਠੀਕ ਹੈ ਜੀ, ਕਾਨੀਆ। ਤੇ ਤੁਸੀਂ ਮੈਨੂੰ ਹੁਣ ਦੱਸਣਾ ਕਮੈਂਟ ਬਾਕਸ ਦੇ ਵਿੱਚ ਪ੍ਰੈਜ਼ੈਂਟ ਜਾਂ ਕਰੰਟ, ਠੀਕ ਹੈ ਜੀ, ਚੀਫ ਜਸਟਿਸ ਆਫ ਇੰਡੀਆ, ਠੀਕ ਹੈ। ਬਹੁਤ ਉਹ ਨਿਊਜ਼ 'ਚ ਹੀ ਰਹਿੰਦੇ ਆ, ਤੁਸੀਂ ਜੇ ਅਖਬਾਰ ਪੜ੍ਹਦੇ ਹੋਵੋਗੇ ਜਾਂ ਫੇਸਬੁੱਕ ਤੇ ਵੀ ਅਗਰ ਦੇਖਦੇ ਹੋਵੋਗੇ ਤਾਂ ਸੁਪਰੀਮ ਕੋਰਟ ਦੇ ਵਿੱਚ ਕੋਈ ਨਾ ਕੋਈ ਮੁੱਦਾ ਭਖਦਾ ਹੀ ਰਹਿੰਦਾ, ਤਾਂ ਚੀਫ ਜਸਟਿਸ ਦਾ ਨਾਮ ਤਾਂ ਛਪਦਾ ਹੀ ਰਹਿੰਦਾ ਅਖਬਾਰ ਦੇ ਵਿੱਚ। ਤਾਂ ਚੀਫ ਜਸਟਿਸ ਆਫ ਇੰਡੀਆ ਤੁਸੀਂ ਕਰੰਟ ਕਿਹੜਾ ਹੈਗਾ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੱਸਣਾ। ਤਾਂ ਇਸ ਤਰ੍ਹਾਂ ਤਿਆਰੀ ਕਰਨੀ ਹੈ ਰਾਜੇ। ਦੇਖੋ ਕੱਲਾ ਇਹ ਨਹੀਂ ਕਿ ਕੁਐਸਚਨ ਪੜ੍ਹ ਕੇ ਛੱਡਤਾ, ਕੁਐਸਚਨ ਦੀਆਂ ਆਪਸ਼ਨਾਂ ਵੀ ਤੁਸੀਂ ਦੱਸਣੀਆਂ ਮੈਨੂੰ, ਠੀਕ ਹੈ ਜੀ। ਅੱਗੇ ਚੱਲਦੇ ਹਾਂ, ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ, ਇਹ ਪੰਜਾਬੀ 'ਚ ਪੜ੍ਹ ਲਿਓ ਬੇਟਾ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਹੂ ਅਮੰਗ ਦਾ ਫੋਲੋਇੰਗ ਵਾਜ਼ ਨਾਟ ਏ ਮੈਂਬਰ ਆਫ ਦਾ ਡਰਾਫਟਿੰਗ ਕਮੇਟੀ ਆਫ ਦਾ ਕਨਸਟੀਟਿਊਐਂਟ ਅਸੈਂਬਲੀ। ਯਾਨੀ ਕਿ ਜਦੋਂ ਆਪਣਾ ਸੰਵਿਧਾਨ ਤਿਆਰ ਹੋਣ ਲੱਗਾ ਸੀ ਨਾ, ਵੱਖਰੀਆਂ ਵੱਖਰੀਆਂ ਕਮੇਟੀਆਂ ਬਣਾਤੀਆਂ ਸੀਗੀਆਂ। ਤਾਂ ਡਰਾਫਟਿੰਗ ਕਮੇਟੀ ਸਭ ਤੋਂ ਤਕੜੀ ਕਮੇਟੀ ਸੀਗੀ, ਜਿਹਦੇ ਹੈੱਡ ਕੌਣ ਆ ਇਹ ਪੁੱਛ ਰਹੇ ਨੇ, ਸੌਰੀ, ਜਿਹਦੇ ਹੈੱਡ ਸੀਗੇ ਡਾਕਟਰ B.R. ਅੰਬੇਦਕਰ ਜੀ, ਠੀਕ ਹੈ ਜੀ। ਤਾਂ ਹੀ ਉਹਨਾਂ ਨੂੰ ਸੰਵਿਧਾਨ ਦਾ ਪਿਤਾ ਕਿਹਾ ਜਾਂਦਾ, ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ। ਤਾਂ ਇਹਨਾਂ ਵਿੱਚੋਂ ਕਹਿੰਦੇ ਵੀ ਉਹ ਕਿਹੜਾ ਬੰਦਾ ਹੈਗਾ ਜਿਹੜਾ ਡਰਾਫਟਿੰਗ ਕਮੇਟੀ ਦਾ ਮੈਂਬਰ ਨਹੀਂ ਹੈਗਾ। ਹੁਣ ਭਾਈ ਜੀ ਨੇ ਥਿਊਰੀ ਪੜ੍ਹੀ ਨਹੀਂ, ਜਿਹਨੂੰ ਇਹ ਨਹੀਂ ਪਤਾ ਵੀ ਉਸ ਕਮੇਟੀ 'ਚ ਕਿੰਨੇ ਮੈਂਬਰ ਸੀਗੇ, ਤਾਂ ਫਿਰ ਉਹਨੂੰ ਨਾਮ ਵੀ ਨਹੀਂ ਪਤਾ ਹੋਊਗਾ। ਤਾਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ ਡਰਾਫਟਿੰਗ ਕਮੇਟੀ ਦੀ ਗੱਲ ਕਰਦੇ ਹਾਂ। ਜਿਹੜੀ ਡਰਾਫਟਿੰਗ ਕਮੇਟੀ ਹੈਗੀ ਆ ਰਾਜੇ, ਇਹਨੇ ਇੱਕ ਬਹੁਤ ਅਹਿਮ ਰੋਲ ਅਦਾ ਕੀਤਾ ਉਸ ਟਾਈਮ ਤੇ, ਠੀਕ ਹੈ ਜੀ, ਠੀਕ ਹੈ। ਜਿਹੜਾ ਪੂਰਾ ਖਰੜਾ ਤਿਆਰ ਕੀਤਾ ਉਹ ਡਰਾਫਟਿੰਗ ਕਮੇਟੀ ਨੇ ਕੀਤਾ ਸੀਗਾ। ਤਾਂ ਡਰਾਫਟਿੰਗ ਕਮੇਟੀ ਇਹ ਬਣਾਈ ਗਈ ਸੀਗੀ 29 ਅਗਸਤ 1947 ਨੂੰ ਬਣਾਈ ਗਈ ਸੀ, ਜਿਹਦੇ ਹੈਡ ਚੇਅਰਮੈਨ ਕੌਣ ਸੀਗੇ? ਦਾਦਾ ਸਾਹਿਬ, ਠੀਕ ਹੈ ਜੀ। ਚੇਅਰਮੈਨ ਕੌਣ ਸੀਗੇ? ਡਾਕਟਰ B.R. ਅੰਬੇਦਕਰ, ਠੀਕ ਹੈ ਜੀ, B.R. ਅੰਬੇਦਕਰ ਸਾਹਿਬ ਜੀ ਸੀਗੇ। ਤਾਂ ਇਹਦੇ ਵਿੱਚ ਉਸ ਟਾਈਮ ਤੇ ਅਗਰ ਮੈਂ ਗੱਲ ਕਰਾਂ ਟੋਟਲ ਜਿਹੜੇ ਮੈਂਬਰ ਸੀ ਨਾ, ਇਹਨਾਂ ਦੇ ਟੋਟਲ ਮੈਂਬਰ ਦੀ ਗੱਲ ਕਰੀਏ, ਟੋਟਲ ਮੈਂਬਰਸ ਇਹਦੇ ਵਿੱਚ ਕਿੰਨੇ ਸੀਗੇ? ਟੋਟਲ ਮੈਂਬਰ 7 ਸੀਗੇ, ਯਾਨੀ ਕਿ ਇੱਕ ਚੇਅਰਮੈਨ ਹੋ ਗਏ, ਠੀਕ ਹੈ ਜੀ, ਇੱਕ ਕੀ ਹੋ ਗਏ ਚੇਅਰਮੈਨ ਤੇ 6 ਅਦਰ ਮੈਂਬਰ। ਹੁਣ 6 ਬੰਦਿਆਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਠੀਕ ਹੈ ਜੀ। ਤਾਂ ਇਹਦੇ ਵਿੱਚੋਂ ਅਗਰ ਮੈਂ ਗੱਲ ਕਰੂੰਗਾ, ਠੀਕ ਹੈ, ਇਹਦੇ ਵਿੱਚੋਂ ਆ ਜਿਹੜੇ N.G. ਅਈਅਰ ਜੇ ਸੀਗੇ ਇਹ ਵੀ ਸੀਗੇ, K.M. ਮੁੰਸ਼ੀ ਵੀ ਸੀਗੇ, ਮੁਹੰਮਦ ਸਦੁੱਲਾ ਵੀ ਸੀਗੇ, B.N. ਰਾਓ ਨਹੀਂ ਸੀਗੇ, ਠੀਕ ਹੈ ਜੀ। B.N. ਰਾਓ ਇਹਨਾਂ ਦੇ ਮੈਂਬਰ ਨਹੀਂ ਸੀਗੇ। ਤਾਂ ਕਰੈਕਟ ਆਂਸਰ ਕੀ ਬਣ ਜਾਊਗਾ ਜੀ ਆਪਣਾ? C ਬਣ ਜਾਊਗਾ। ਅੱਗੇ ਚੱਲਦੇ ਹਾਂ, ਹਾਂਜੀ ਅਗਲੇ ਕੁਐਸਚਨ ਵੱਲ ਵਧਦੇ ਹਾਂ। ਕਹਿੰਦਾ ਜੀ ਬਾਈ ਵਿਚ ਵਨ ਆਫ ਦਾ ਫੋਲੋਇੰਗ ਐਕਟਸ ਵਾਜ਼ ਦਾ ਫੈਡਰਲ ਕੋਰਟ ਇਨ ਇੰਡੀਆ ਕ੍ਰੀਏਟਿਡ।
ਤੁਹਾਨੂੰ ਸਭ ਨੂੰ ਪਤਾ ਵੀ ਸੁਪਰੀਮ ਕੋਰਟ ਤੋਂ ਪਹਿਲਾਂ ਆਪਣੇ ਇੰਡੀਆ ਦੇ ਵਿੱਚ ਇੱਕ ਜੁਡੀਸ਼ੀਅਰੀ ਬੋਡੀ ਹੁੰਦੀ ਸੀ, ਦੈਟ ਇਜ਼ ਕਾਲਡ ਫੈਡਰਲ ਕੋਰਟ। ਵੀ ਕਿਹੜੇ ਐਕਟ ਦੇ ਤਹਿਤ ਇਹ ਆਈ ਸੀਗੀ? ਦੇਖੋ, ਪਹਿਲਾਂ ਤਾਂ ਆਪਾਂ ਨੂੰ ਇਹ ਐਕਟ ਸਾਰੇ ਆਉਣੇ ਚਾਹੀਦੇ ਆ। ਵੀ ਜਦੋਂ ਮੈਂ ਹਿਸਟਰੀ ਪੜ੍ਹਾਈ ਆ ਵੀ ਆਪਾਂ ਸੰਵਿਧਾਨ ਕਿਉਂ ਤਿਆਰ ਕੀਤਾ ਹੈ, ਕਿਹੜੇ ਕਿਹੜੇ ਐਕਟ ਨੇ ਕੀ ਰੋਲ ਪਲੇ ਕੀਤਾ, ਆਪਾਂ ਕੱਲਾ ਕੱਲਾ ਐਕਟ ਪੜਿਆ ਹੋਇਆ, YouTube ਤੇ ਵੀ ਕਰਵਾਇਆ ਹੋਇਆ, ਆਪਣੇ ਕੋਰਸ ਵਿੱਚ ਵੀ ਕਰਵਾਇਆ ਹੋਇਆ। ਇੱਥੇ ਜਿਹੜਾ ਇਹਦਾ ਆਨਸਰ ਬਣਦਾ ਉਹ ਨਨ ਆਫ ਦੀ ਅਬਵ ਬਣਦਾ, ਕਿਉਂਕਿ ਆਪਣੇ ਕੋਲ ਇੱਕ ਮਿੰਨੀ ਸੰਵਿਧਾਨ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗਵਰਨਮੈਂਟ ਆਫ ਇੰਡੀਆ ਐਕਟ 1935। ਉਹਦੇ ਤਹਿਤ ਹੀ ਆਪਣੇ ਕੋਲੇ 1937 ਦੇ ਵਿੱਚ ਇੱਕ ਜੁਡੀਸ਼ੀਅਰੀ ਬੋਡੀ ਬਣਾਈ ਗਈ ਸੀ। ਤਾਂ ਨੋਟ ਕਰ ਲਿਓ, ਜਿਹੜੀ ਇਹ ਫੈਡਰਲ ਕੋਰਟ ਬਣੀ ਹੈ ਰਾਜੇ, ਉਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਬਣੀ ਹੈ। ਉਹਦੇ ਵਿੱਚ ਕੀ ਕੀਤਾ ਸੀ ਆਪਾਂ, ਇੱਕ ਜੁਡੀਸ਼ੀਅਲ ਬੋਡੀ ਐਸਟੈਬਲਿਸ਼ ਕੀਤੀ ਸੀਗੀ, ਜਿਹਨੂੰ ਆਪਾਂ ਕੀ ਕਹਿ ਦਿੰਦੇ ਸੀ ਉਸ ਟਾਈਮ ਤੇ, ਜਿਹਨੂੰ ਆਪਾਂ ਕਹਿ ਦਿੰਦੇ ਸੀਗੇ ਫੈਡਰਲ ਕੋਰਟ। ਇਹ 1937 ਦੇ ਵਿੱਚ ਬਣੀ ਹੈ, ਠੀਕ ਹੈ ਜੀ, ਇਹ ਨੋਟ ਕਰ ਲਿਓ। ਹੁਣ ਦੇਖੋ ਥੱਲੇ ਜਿਹੜੇ ਆਪਣੇ ਕੋਲੇ ਐਕਟ ਹੈਗੇ ਨਾ, ਜਿਵੇਂ 1861 ਦਾ ਐਕਟ ਹੈਗਾ ਗਵਰਨਮੈਂਟ ਆਫ ਇੰਡੀਆ ਐਕਟ 1909, ਜਿਹਨੂੰ ਮਿੰਟੂ ਮੋਰਲੇ ਰਿਫਾਰਮ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਜਿਹੜਾ ਆਪਣਾ 1919 ਜਿਹਨੂੰ ਆਪਾਂ ਚੈਮਸਫੋਰਡ ਰਿਫਾਰਮ ਵੀ ਕਹਿ ਦਿੰਦੇ ਆ। ਇਹ ਕੱਲੇ ਕੱਲੇ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਆਪਾਂ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਜਾਂਦੇ, ਕਿਉਂਕਿ ਆਪਾਂ ਬਹੁਤ ਡਿਟੇਲ 'ਚ ਪੜ੍ਹਿਆ ਹੋਇਆ ਹੈ ਆਪਣੇ ਕੋਰਸ ਵਿੱਚ, ਪਰ ਫਿਰ ਵੀ ਆਪਾਂ ਥੋੜੀ ਇੱਥੇ ਬੱਚਿਆਂ ਨੂੰ ਦੱਸ ਦਿੰਦੇ। ਕੋਈ ਹੋ ਸਕਦਾ ਵੀ ਆਪਣੇ ਨਾਲ YouTube ਤੇ ਨਵੇਂ ਬੱਚੇ ਜੁੜੇ ਹੋਣਗੇ। ਤਾਂ ਜਿਹੜਾ ਐਕਟ ਹੈਗਾ ਰਾਜੇ ਤੁਹਾਡੇ ਕੋਲੇ 1861 ਜਿਹੜਾ ਐਕਟ ਹੈਗਾ, ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਵੀ ਇਹ ਕਿਹਦੇ ਟਾਈਮ ਤੇ ਆਇਆ। ਤੁਹਾਨੂੰ ਪਤਾ ਵੀ ਆਪਣਾ ਪਹਿਲਾ ਵਾਇਸਰਾਏ, ਤੇ ਉਸ ਟਾਈਮ ਤੇ ਕੀ ਸੀਗਾ, ਗਵਰਨਰ ਜਨਰਲ ਆਫ ਇੰਡੀਆ ਸੀਗਾ। ਤਾਂ ਉਦੋਂ ਕੌਣ ਸੀਗਾ, ਲਾਰਡ ਕੈਨਿੰਗ, ਠੀਕ ਹੈ ਜੀ। ਲਾਰਡ ਕੈਨਿੰਗ ਦੇ ਟਾਈਮ ਤੇ ਇਹ ਆਇਆ, ਇਹ ਨੋਟ ਕਰ ਲੈਣਾ ਪਹਿਲਾਂ। ਤਾਂ ਕਿਹਦੇ ਟਾਈਮ ਤੇ ਇਹ ਐਕਟ ਆਇਆ, ਲਾਰਡ ਕੈਨਿੰਗ ਦੇ ਟਾਈਮ ਤੇ ਆਇਆ। ਹੁਣ ਇਸ ਐਕਟ ਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਕੀ ਕੀਤੀ ਇਹਨਾਂ ਨੇ, ਵੀ ਜਿਹੜੀ ਗਵਰਨਰ ਜਨਰਲ ਦੀ ਕਾਉਂਸਲ ਸੀ ਨਾ, ਉਹਨੂੰ ਐਕਸਪੈਂਡ ਕਰਤਾ। ਉਹਦੇ ਵਿੱਚ 3 ਇੰਡੀਅਨ ਮੈਂਬਰਾਂ ਨੂੰ ਐਡ ਕੀਤਾ ਗਿਆ। ਇਹ ਪਹਿਲੀ ਵਾਰੀ ਹੋਇਆ ਸੀ ਉਸ ਟਾਈਮ ਤੇ। ਉਹ ਤਿੰਨੇ ਮੈਂਬਰਾਂ ਦੇ ਨਾਮ ਪਤਾ ਹੋਣੇ ਚਾਹੀਦੇ ਆ। ਤਾਂ ਮੈਂ ਦੱਸ ਦਿੰਦਾ ਹੁਣ ਇਹਦੇ ਵਿੱਚ ਦੂਜਾ ਮਹੱਤਵਪੂਰਨ ਕੰਮ ਕੀ ਹੋਇਆ ਰਾਜੇ, ਜਿਹੜੀ ਗਵਰਨਰ ਜਨਰਲ ਦੀ ਕਾਉਂਸਲ ਸੀ ਨਾ, ਠੀਕ ਹੈ ਜੀ, ਕਾਉਂਸਲ ਦਾ ਮਤਲਬ ਹੁੰਦਾ ਉਹਦੇ ਆਪਣੇ ਜਿਹੜੇ ਮੈਂਬਰ ਹੁੰਦੇ ਆ, ਉਹਨੂੰ ਐਕਸਪੈਂਡ ਕੀਤਾ ਗਿਆ। ਤਾਂ ਉਹਦੇ ਵਿੱਚ ਕੀ ਕੀਤੇ ਗਏ, 3, ਠੀਕ ਹੈ ਜੀ, ਨਾਨ ਆਫੀਸ਼ੀਅਲ ਮੈਂਬਰ ਐਡ ਕੀਤੇ ਗਏ। ਨਾਨ ਆਫੀਸ਼ੀਅਲ ਮੈਂਬਰਸ ਐਡ ਕੀਤੇ ਗਏ। ਉਹ ਮੈਂਬਰ ਕਿਹੜੇ ਕਿਹੜੇ ਆ, ਇਹ ਯਾਦ ਰੱਖਣਾ ਬਸ ਤੁਹਾਡੇ ਵਾਸਤੇ ਮਹੱਤਵਪੂਰਨ। ਉਹ ਤਿੰਨੇ ਕੀ ਸੀਗੇ, ਤਿੰਨੇ ਬੰਦੇ ਲਏ ਗਏ ਇੰਡੀਅਨ ਲੈਜਿਸਲੇਟਿਵ ਕਾਉਂਸਲ ਤੋਂ ਲਏ ਗਏ ਆ। ਉਹ ਕੌਣ ਕੌਣ ਸੀਗੇ, ਇੱਕ ਤਾਂ ਸਰ ਦਿਨਕਰ ਰਾਓ ਸੀਗੇ, ਠੀਕ ਹੈ ਜੀ, ਸਰ ਦਿਨਕਰ ਰਾਓ ਸੀਗੇ। ਸੈਕੰਡ ਸੀਗਾ ਜੀ ਰਾਜਾ ਆਫ ਬਨਾਰਸ, ਰਾਜਾ ਆਫ ਬਨਾਰਸ। ਤੇ ਤੀਜਾ ਮਹਾਰਾਜਾ ਆਫ ਪਟਿਆਲਾ, ਠੀਕ ਹੈ ਜੀ, ਮਹਾਰਾਜਾ ਆਫ ਪਟਿਆਲਾ। ਇਹ ਤਿੰਨੇ ਬੰਦੇ ਯਾਦ ਰੱਖਣੇ ਆ। ਇਹ ਤਿੰਨੇ ਬੰਦੇ ਪਹਿਲੀ ਵਾਰੀ ਗਵਰਨਰ ਜਨਰਲ ਦੀ ਕਾਉਂਸਲ ਦੇ ਵਿੱਚ ਐਡ ਕੀਤੇ ਗਏ ਸੀਗੇ। ਅੱਛਾ, ਉਸ ਤੋਂ ਬਾਅਦ ਇਸੇ ਜਿਹੜਾ ਐਕਟ ਹੈਗਾ, ਇਹਦੇ ਤਹਿਤ ਪੋਰਟਫੋਲੀਓ ਸਿਸਟਮ ਇੰਟਰੋਡਿਊਸ ਕੀਤਾ ਗਿਆ। ਹੁਣ ਪੋਰਟਫੋਲੀਓ ਕੀ ਸੀਗਾ, ਪੋਰਟਫੋਲੀਓ ਸਿਸਟਮ ਸੀਗਾ ਵੀ ਜਿਹੜਾ ਹੁਣ ਇੰਨਾ ਕੰਮ ਹੈਗਾ ਉਹਨੂੰ ਨਾ ਡਿਪਾਰਟਮੈਂਟਾਂ 'ਚ ਵੰਡਤਾ। ਜਿਵੇਂ ਅੱਜ ਕੱਲ ਆਪਾਂ ਦੇਖਦੇ ਹਾਂ ਰੈਵਨਿਊ ਡਿਪਾਰਟਮੈਂਟ, ਫਾਈਨਾਂਸ ਡਿਪਾਰਟਮੈਂਟ, ਉਵੇਂ ਉਸ ਟਾਈਮ ਤੇ 5 ਡਿਪਾਰਟਮੈਂਟ ਲੈ ਕੇ ਆਏ ਸੀਗੇ। ਤਾਂ 5 ਡਿਪਾਰਟਮੈਂਟ ਕਿਹੜੇ ਕਿਹੜੇ ਆ, ਕਈ ਵਾਰੀ ਇਹੀ ਪੁੱਛ ਲੈਂਦੇ ਆ। ਤਾਂ ਇਹਦੇ ਵਿੱਚ ਪਹਿਲਾ ਸੀਗਾ ਜੀ ਹੋਮ ਡਿਪਾਰਟਮੈਂਟ, ਦੂਜਾ ਸੀਗਾ ਜੀ ਫਾਈਨਾਂਸ, ਤੀਜਾ ਸੀਗਾ ਜੀ ਇਹਦੇ ਵਿੱਚ ਰੈਵਨਿਊ ਡਿਪਾਰਟਮੈਂਟ, ਚੌਥਾ ਸੀਗਾ ਜੀ ਇਹਦੇ ਵਿੱਚ ਮਿਲਟਰੀ, ਤੇ ਪੰਜਵਾਂ ਸੀਗਾ ਜੀ ਇਹਦੇ ਵਿੱਚ ਲਾਅ। ਇਹ ਯਾਦ ਰੱਖਣੇ ਆ, ਠੀਕ ਹੈ ਜੀ। 5 ਡਿਪਾਰਟਮੈਂਟਾਂ ਦੇ ਵਿੱਚ ਇਹ ਚੀਜ਼ ਵੰਡੀ ਗਈ ਸੀਗੀ, ਇਹ ਯਾਦ ਰੱਖਣੀ ਹੈ ਤੁਸੀਂ। ਤਾਂ ਇਹ ਹੈਗਾ ਜੀ 1861 ਦਾ ਐਕਟ। ਅਗਲਾ ਐਕਟ ਹੈਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1909। ਇਹਦੇ ਬਾਰੇ ਵੀ ਥੋੜੀ ਡਿਟੇਲ ਚ ਪੜ੍ਹ ਲੈਂਦੇ ਆ। ਗਵਰਨਮੈਂਟ ਆਫ ਇੰਡੀਆ ਐਕਟ 1909, ਜਾਂ ਫਿਰ ਇਹਨੂੰ ਕੀ ਕਿਹਾ ਜਾਂਦੇ ਆ, ਇਹਦਾ ਦੂਜਾ ਨਾਮ ਹੈਗਾ ਰਾਜੇ ਮੋਰਲੇ ਮਿੰਟੂ, ਠੀਕ ਹੈ ਜੀ, ਮੋਰਲੇ ਮਿੰਟੂ ਰਿਫਾਰਮ। ਹੁਣ ਮੋਰਲੇ ਮਿੰਟੂ ਰਿਫਾਰਮ ਕਿਉਂ ਕਹਿੰਦੇ ਇਹਨੂੰ, ਕਿਉਂਕਿ ਜਿਹੜਾ ਉਸ ਟਾਈਮ ਤੇ ਜਿਹੜਾ ਮੋਰਲੇ ਸੀਗਾ, ਇਹ ਕੀ ਸੀਗਾ ਜੀ, ਮੋਰਲੇ ਜਿਹੜਾ ਸੀਗਾ ਇਹ ਸੈਕਟਰੀ ਆਫ ਸਟੇਟ ਸੀਗਾ। ਦਾ ਪੂਰਾ ਨਾਮ ਸੀਗਾ ਜੌਨ ਮੋਰਲੇ, ਸੈਕਟਰੀ ਆਫ ਸਟੇਟ ਸੀਗਾ। ਤੇ ਜਿਹੜਾ ਮਿੰਟੂ ਸੀਗਾ ਉਸ ਟਾਈਮ ਤੇ, ਠੀਕ ਹੈ ਜੀ, ਇਹ ਉਸ ਟਾਈਮ ਤੇ ਕੀ ਸੀਗਾ ਜੀ, ਵਾਇਸਰੋਏ ਆਫ ਇੰਡੀਆ ਸੀਗਾ, ਠੀਕ ਹੈ। ਇਹ ਤਾਂ ਦੋ ਬੰਦਿਆਂ ਦੇ ਕਰਕੇ ਹੀ ਇਹਨੂੰ ਮੋਰਲੇ ਮਿੰਟੂ ਰਿਫਾਰਮ ਕਹਿੰਦੇ ਆ। ਹੁਣ ਸਭ ਤੋਂ ਪਹਿਲੀ ਮਹੱਤਵਪੂਰਨ ਚੀਜ਼ ਕੀ ਹੋਈ ਇਹਦੇ ਵਿੱਚ, ਇਹਦੇ ਵਿੱਚ ਜਿਹੜੀ ਲੈਜਿਸਲੇਟਿਵ ਕਾਉਂਸਲ ਸੀ ਨਾ, ਉਹਨੂੰ ਐਕਸਪੈਂਡ ਕਰਤਾ, ਠੀਕ ਹੈ ਜੀ। ਕੀ ਕੀਤਾ ਇਹਨਾਂ ਨੇ, ਜਿਹੜੀ ਲੈਜਿਸਲੇਟਿਵ ਕਾਉਂਸਲ ਸੀਗੀ ਉਹਨੂੰ ਕੀ ਕਰ ਦਿੱਤਾ ਗਿਆ ਰਾਜੇ, ਉਹਨੂੰ ਇਨਕਰੀਜ਼ ਕਰ ਦਿੱਤਾ ਗਿਆ, ਠੀਕ ਹੈ ਜੀ। ਇਨਕਰੀਜ਼ ਕਰਤਾ, ਕੀ ਕਰਤਾ, 16 ਤੋਂ ਵਧਾ ਕੇ ਕਿੰਨੀਆਂ ਸੀਟਾਂ ਕਰਤੀਆਂ, 60 ਸੀਟਾਂ ਕਰਤੀਆਂ ਇਹਦੀਆਂ। ਇਹ ਸਭ ਤੋਂ ਮਹੱਤਵਪੂਰਨ ਕੰਮ ਕੀਤਾ ਇਹਨਾਂ ਨੇ। ਦੂਜਾ ਕੀ ਕੀਤਾ ਗਿਆ ਰਾਜੇ, ਪਹਿਲੀ ਵਾਰੀ ਵਾਇਸਰਾਏ ਤੇ ਸਟੇਟ ਲੈਵਲ ਤੇ ਗਵਰਨਰ ਦੀ ਕਾਉਂਸਲ ਦੇ ਵਿੱਚ ਕੀ ਕੀਤਾ ਗਿਆ, ਇੱਕ ਮੈਂਬਰ ਨੂੰ ਸ਼ਾਮਲ ਕੀਤਾ ਗਿਆ, ਉਹ ਵੀ ਇੰਡੀਅਨ ਨੂੰ। ਇਹ ਫਸਟ ਟਾਈਮ ਹੋਇਆ ਸੀ, ਮੈਂ ਲਿਖ ਦਿੰਦਾ ਫਸਟ ਟਾਈਮ ਇਹਨਾਂ ਨੇ ਕੀ ਕੀਤਾ ਰਾਜੇ, ਫਸਟ ਟਾਈਮ ਇਹਨਾਂ ਨੇ ਇੱਕ ਇੰਡੀਅਨ ਨੂੰ ਕੀ ਕੀਤਾ, ਇੱਕ ਇੰਡੀਅਨ ਨੂੰ, ਠੀਕ ਹੈ ਜੀ, ਵਾਇਸਰਾਏ ਤੇ ਗਵਰਨਰ ਦੀ ਜਿਹੜੀ ਕਾਉਂਸਲ ਹੈਗੀ ਆ ਉਹਦੇ ਵਿੱਚ ਐਡ ਕੀਤਾ ਗਿਆ। ਤੇ ਭਾਰਤ ਤੋਂ ਜਿਹੜਾ ਬੰਦਾ ਗਿਆ ਸੀ ਉਹਦਾ ਨਾਮ ਯਾਦ ਰੱਖਣਾ, ਉਹਦਾ ਨਾਮ ਹੈਗਾ ਜੀ ਸਤਿੰਦਰ ਪ੍ਰਸਾਦ ਸਿਨਹਾ, ਸਤਿੰਦਰ ਪ੍ਰਸਾਦ ਸਿਨਹਾ, ਠੀਕ ਹੈ ਜੀ। ਇਹ ਐਜ਼ ਏ ਲਾਅ ਮੈਂਬਰ ਗਏ ਸੀਗੇ,
ਵਾਇਸਰਾਏ ਦੀ ਕੌਂਸਲ ਦੇ ਵਿੱਚ ਕੀ ਗਏ ਸੀ ਐਜ਼ ਏ ਲਾਅ ਮੈਂਬਰ। ਇਹ ਸਭ ਤੋਂ ਮਹੱਤਵਪੂਰਨ ਕੰਮ ਕੀਤਾ ਸੀ। ਮੋਰਲੇ-ਮਿੰਟੂ ਰਿਫਾਰਮ, ਇਹ ਸਾਰੇ ਐਕਟ ਬਹੁਤ ਮਹੱਤਵਪੂਰਨ ਹੈ। ਤੀਜਾ ਸਭ ਤੋਂ ਘੈਂਟ ਕੰਮ ਕੀਤਾ ਸੀ, ਘੈਂਟ ਕੰਮ ਤਾਂ ਚਲੋ ਕਹਿ ਸਕਦੇ, ਵੈਸੇ ਜਿਹੜੇ ਮਹੱਤਵਪੂਰਨ ਕੰਮ ਕੀਤਾ ਸੀਗਾ ਉਹ ਕੀਤਾ ਸੀ ਲਾਰਡ ਮਿੰਟੂ ਨੇ। ਲਾਰਡ ਮਿੰਟੂ ਨੇ ਕੰਮ ਕੀ ਕੀਤਾ ਸੀ ਵੀ ਜਿਹੜੀ ਸੈਪਰੇਟ ਕਮਿਊਨਲ ਰਿਪਰੈਜ਼ੈਂਟੇਸ਼ਨ ਕਰਤੀ ਸੀ ਮੁਸਲਿਮ ਵਾਸਤੇ। ਠੀਕ ਹੈ, ਕਮਿਊਨਲ ਦਾ ਮਤਲਬ ਹੁੰਦਾ ਜਾਤ ਪਾਤ ਦੇ ਆਧਾਰ ਤੇ ਪਹਿਲੀ ਵਾਰੀ ਮੁਸਲਿਮ ਵਾਸਤੇ ਅਲੱਗ ਇਲੈਕਟੋਰੇਟ ਸਿਸਟਮ ਕਰਤਾ ਸੀਗਾ। ਤਾਂ ਹੀ ਤੁਹਾਨੂੰ ਕੀ ਕਹਿੰਦੇ ਆ, ਲਾਰਡ ਮਿੰਟੂ ਨੂੰ ਕਹਿ ਦਿੰਦੇ ਆ ਫਾਦਰ ਆਫ ਕਮਿਊਨਲ ਇਲੈਕਟੋਰੇਟ ਕਹਿ ਦਿੰਦੇ ਆ। ਠੀਕ ਹੈ ਜੀ, ਤਾਂ ਇੱਥੇ ਨੋਟ ਕਰ ਲਿਓ। ਫਸਟ ਟਾਈਮ ਕੀ ਕੀਤਾ ਗਿਆ ਜੀ, ਇੱਥੇ ਫਸਟ ਟਾਈਮ ਕੀਤਾ ਗਿਆ ਜੀ ਸਿਸਟਮ ਆਫ ਸੈਪਰੇਟ, ਠੀਕ ਹੈ ਜੀ, ਸਿਸਟਮ ਆਫ ਕਮਿਊਨਲ, ਠੀਕ ਹੈ ਜੀ, ਰਿਪਰੈਜ਼ੈਂਟੇਸ਼ਨ ਸਿਸਟਮ। ਠੀਕ ਹੈ ਜੀ, ਨੋਟ ਕਰ ਲਿਓ। ਇਹ ਕੀਤਾ ਕਿਨੇ ਸੀਗਾ ਜੀ, ਇਹ ਕੀਤਾ ਗਿਆ ਜੀ ਫॉर ਮੁਸਲਿਮ ਵਾਸਤੇ, ਫॉर ਮੁਸਲਿਮ ਵਾਸਤੇ ਕੀਤਾ ਕਿਨੇ ਆ, ਲਾਰਡ ਮਿੰਟੂ ਨੇ ਕੀਤਾ। ਲਾਰਡ ਮਿੰਟੂ ਜਿਹਨੂੰ ਕੀ ਕਹਿ ਦਿੰਦੇ ਆ ਫਾਦਰ ਆਫ ਕਮਿਊਨਲ ਇਲੈਕਟੋਰੇਟ ਕਹਿ ਦਿੰਦੇ ਆ, ਜਾਂ ਫਿਰ ਕਮਿਊਨਲ ਸੈਪਰੇਟ ਕਮਿਊਨਲ ਇਲੈਕਟੋਰੇਟ ਫॉर ਮੁਸਲਿਮ, ਤਾਂ ਹੀ ਇਹਨੂੰ ਫਾਦਰ ਕਹਿੰਦੇ ਇਸ ਚੀਜ਼ ਦਾ। ਤਾਂ ਇਹ ਯਾਦ ਰੱਖ ਲਿਓ। ਇਹ ਮੇਨ ਕੰਮ ਕੀਤਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1909 ਨੇ। ਅਗਲਾ ਐਕਟ ਜਿਹੜਾ ਹੈਗਾ ਤੁਹਾਡਾ ਉਹ ਐਕਟ ਹੈਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1919, ਜਾਂ ਫਿਰ ਉਹਨੂੰ ਕੀ ਕਹਿ ਦਿੰਦੇ ਆ ਰਾਜੇ, ਐਕਟ 1919 ਨੂੰ ਵੀ ਕਹਿ ਦਿੰਦੇ ਆ। ਕਿਹੜਾ ਕਿਹੜਾ ਐਕਟ ਕਹਿ ਦਿੰਦੇ ਆ ਇਹਨੂੰ, ਕਹਿ ਦਿੰਦੇ ਆ ਮੌਂਟੇਗ, ਠੀਕ ਹੈ ਜੀ, ਮੌਂਟੇਗ ਚੈਮਬਰਸਫੋਰਡ ਰਿਫਾਰਮ ਕਹਿ ਦਿੰਦੇ ਆ। ਠੀਕ ਹੈ ਜੀ, ਤਾਂ ਇਹਦੇ ਵਿੱਚ ਵੀ ਸੈਕਟਰੀ ਆਫ ਸਟੇਟ ਤੇ ਉਹ ਕੀ ਹੈ ਜੀ ਆਪਣਾ ਵਾਇਸਰਾਏ ਹੈ। ਸਭ ਤੋਂ ਘੈਂਟ ਕੰਮ ਜਾਨੀ ਕਿ ਇਹਦੇ ਵਿੱਚ ਹੋਇਆ, ਇਹਦੇ ਵਿੱਚ ਡਾਰਚੀ ਸਿਸਟਮ ਆ ਗਿਆ। ਡਾਰਚੀ ਕੀ ਸੀਗਾ, ਡਾਰਚੀ ਨਾ ਇੱਕ ਗ੍ਰੀਕ ਦਾ ਵਰਡ ਹੈ, ਗ੍ਰੀਕ ਭਾਸ਼ਾ ਦਾ ਵਰਡ ਹੈ। ਡਾਰਚੀ ਦਾ ਮਤਲਬ ਹੁੰਦਾ, ਠੀਕ ਹੈ ਜੀ, ਡਿਊਅਲ ਗਵਰਨਮੈਂਟ। ਡਿਊਅਲ ਗਵਰਨਮੈਂਟ ਦਾ ਮਤਲਬ ਕਿ ਪਾਵਰਾਂ ਦੀ ਵੰਡ ਕੀਤੀ ਗਈ ਸਟੇਟ ਤੇ ਸੈਂਟਰ ਦੇ ਵਿਚਕਾਰ। ਇਹ ਪਹਿਲੀ ਵਾਰੀ ਹੋਇਆ ਸੀ। ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਨਾ, ਸਟੇਟ ਕੋਲੇ ਆਪਦੀਆਂ ਪਾਵਰਾਂ ਨੇ, ਸੈਂਟਰ ਕੋਲੇ ਆਪਦੀਆਂ ਪਾਵਰਾਂ ਨੇ। ਠੀਕ ਹੈ ਜੀ, ਤਾਂ ਇਹਦੇ ਪਹਿਲੀ ਵਾਰ ਇੰਟਰੋਡਿਊਸ ਕਿਹਨੇ ਕੀਤਾ ਸੀਗਾ, ਇਹ ਕੀਤਾ ਸੀਗਾ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ 1919 ਹੈ, ਜਿਹਨੂੰ ਆਪਾਂ ਮੌਂਟੇਗੂ ਤੇ ਚੈਮਬਰਸਫੋਰਡ ਰਿਫਾਰਮ ਵੀ ਕਹਿੰਦੇ ਆ। ਦੂਜਾ ਜਿਹੜਾ ਆਪਾਂ ਅੱਜ ਕੱਲ ਦੇਖਦੇ ਆ ਨਾ ਪੀਪੀਐਸਸੀ, ਠੀਕ ਹੈ ਜੀ, ਪਬਲਿਕ ਸਰਵਿਸ ਕਮਿਸ਼ਨ, ਪਬਲਿਕ ਸਰਵਿਸ ਕਮਿਸ਼ਨ ਜਿਹੜਾ ਹੈਗਾ ਇਹ ਪਹਿਲੀ ਵਾਰੀ ਇੰਡੀਆ ਦਾ ਇੰਟਰੋਡਿਊਸ ਕੀਤਾ ਸੀਗਾ ਇਸ ਐਕਟ ਦੇ ਤਹਿਤ। ਇਹ ਵੀ ਨੋਟ ਕਰ ਲਿਓ। ਇਸ ਤੋਂ ਬਾਅਦ ਇਹਨਾਂ ਨੇ ਇੱਕ ਨਿਊ ਆਫਿਸ ਹਾਈ ਕਮਿਸ਼ਨ ਦਾ, ਠੀਕ ਹੈ, ਨਿਊ ਆਫਿਸ ਆਫ ਹਾਈ ਕਮਿਸ਼ਨ, ਠੀਕ ਹੈ ਜੀ, ਇਹ ਲੰਡਨ ਦੇ ਵਿੱਚ ਖੋਲਿਆ ਗਿਆ ਇੰਡੀਆ ਵਾਸਤੇ, ਹਾਈ ਕਮਿਸ਼ਨ ਫॉर ਇੰਡੀਆ ਇਨ ਲੰਡਨ। ਠੀਕ ਹੈ ਜੀ, ਇਹ ਪਹਿਲੀ ਵਾਰੀ ਹੋਇਆ ਸੀਗਾ। ਇਹ ਕੀ ਹੋਇਆ ਸੀਗਾ, ਪਹਿਲੀ ਵਾਰੀ ਹੋਇਆ ਸੀ। ਇਹ ਵੀ ਨੋਟ ਕਰ ਲਿਓ। ਇਸ ਤੋਂ ਬਾਅਦ ਇਹ ਜਿਹੜਾ ਇਸ ਦੇ ਵਿੱਚ ਕੀ ਕੀਤਾ, ਇਸ ਐਕਟ ਦੇ ਵਿੱਚ ਪਹਿਲੀ ਵਾਰੀ ਕੀ ਕੀਤਾ ਇਹਨਾਂ ਨੇ, ਸੈਂਟਰ ਬਜਟ ਦੇ ਵਿੱਚੋਂ ਸਟੇਟ ਦਾ ਬਜਟ ਵੱਖਰਾ ਕਰਤਾ, ਜਿਹਨੂੰ ਆਪਾਂ ਉਸ ਟਾਈਮ ਤੇ ਪ੍ਰੋਵਿੰਸਿਸ ਕਹਿ ਦਿੰਦੇ ਆ। ਸਟੇਟਾਂ ਨੂੰ ਕੀ ਕਹਿੰਦੇ ਸੀ, ਪ੍ਰੋਵਿੰਸਿਸ। ਤਾਂ ਪਹਿਲੀ ਵਾਰੀ ਹੋਇਆ ਸੀਗਾ। ਪਹਿਲੀ ਵਾਰੀ ਕੀ ਕੀਤਾ ਇਹਨਾਂ ਨੇ, ਠੀਕ ਹੈ ਜੀ, ਇਹਨਾਂ ਨੇ ਕੀ ਕੀਤਾ, ਪ੍ਰੋਵਿੰਸਿਸ ਬਜਟ, ਠੀਕ ਹੈ ਜੀ, ਪ੍ਰੋਵਿੰਸ਼ੀਅਲ ਜਾਂ ਫਿਰ ਸਟੇਟ ਕਹਿ ਸਕਦੇ ਆ, ਸਟੇਟ ਬਜਟ ਨੂੰ ਕੀ ਕਰਤਾ ਰਾਜੇ, ਵੱਖਰਾ ਕਰਤਾ। ਕਿਤੋਂ ਵੱਖਰਾ ਕਰਤਾ, ਮੈਂ ਕ੍ਰਾਸ ਮਾਰ ਕੇ ਦੱਸਤਾ ਵੀ ਵੱਖਰਾ ਕਰਤਾ। ਕਿਤੋਂ ਕਰਤਾ, ਸੈਂਟਰਲ ਬਜਟ ਤੋਂ। ਠੀਕ ਹੈ ਜੀ, ਇਹ ਵੀ ਬਹੁਤ ਵੱਡੀ ਗੱਲ ਕੀਤੀ ਸੀ ਇਹਨਾਂ ਨੇ। ਤਾਂ ਇਹ ਆਪਣੇ ਤਿੰਨੇ ਜਿਹੜੇ ਐਕਟ ਹੈਗੇ ਆ ਇਹ ਆਪਾਂ ਪੜ੍ਹ ਲਏ ਆ। ਠੀਕ ਹੈ ਜੀ, ਇੰਡੀਅਨ ਕਾਉਂਸਲ ਐਕਟ, ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਐਕਟ 1919। ਬਾਕੀ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਬਹੁਤ ਡਿਟੇਲ 'ਚ ਪੜ੍ਹਨਾ ਤੁਸੀਂ। ਠੀਕ ਹੈ ਜੀ, ਚੰਗੀ ਤਰ੍ਹਾਂ ਪੜ੍ਹਿਓ। ਤਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ ਆਪਾਂ। ਕੁਐਸਚਨ ਸੌਖਾ ਹੀ ਹੈ, ਕਹਿੰਦਾ ਜੀ ਹੂ ਪ੍ਰੈਸਾਈਡਡ ਓਵਰ ਦਾ, ਠੀਕ ਹੈ, ਇਨੌਗਰਲ ਮੀਟਿੰਗ ਆਫ ਦਾ ਕਨਸਟੀਟਿਊਸ਼ਨ ਅਸੈਂਬਲੀ ਆਫ ਇੰਡੀਆ। ਯਾਨੀ ਕਿ ਸਭ ਤੋਂ ਉਦਘਾਟਨ, ਜਦੋਂ ਉਦਘਾਟਨ ਹੋਇਆ, ਯਾਨੀ ਕਿ ਅਸੈਂਬਲੀ ਫਸਟ ਟਾਈਮ ਇਕੱਠੀ ਹੋਈ ਹੈ, ਤਾਂ ਉਹਦੀ ਜਿਹੜੀ ਉਸ ਅਸੈਂਬਲੀ ਨੂੰ ਹੁਣ ਸੰਭਾਲਣਾ ਵੀ ਹੈਗਾ, ਕਿੰਨੇ ਲੋਕ ਹੈ ਉਹਨਾਂ ਨੂੰ ਐਡਰੈਸ ਵੀ ਕਰਨਾ ਹੈ। ਤਾਂ ਉਹਨਾਂ ਨੂੰ ਐਡਰੈਸ ਫਸਟ ਟਾਈਮ ਕਿਹਨੇ ਕੀਤਾ ਸੀ, ਤੁਹਾਨੂੰ ਮੈਂ ਦੱਸਿਆ ਸੀ, ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ, ਡਾਕਟਰ ਸਚਿਦਾਨੰਦ ਸਿਨਹਾ ਨੂੰ ਬਣਾਇਆ ਗਿਆ ਸੀ। ਠੀਕ ਹੈ ਜੀ, ਰਜਿੰਦਰ ਪ੍ਰਸਾਦ ਜੀ ਨੂੰ ਬਾਅਦ ਚ ਬਣਾਇਆ ਗਿਆ ਸੀਗਾ ਪਰਮਾਨੈਂਟ। ਠੀਕ ਹੈ, ਐਚ.ਜੀ. ਮੁਖਰਜੀ ਨੂੰ ਕੀ ਬਣਾਇਆ ਗਿਆ, ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ। ਇਹ ਆਪਾਂ ਪੜ੍ਹ ਲਿਆ। ਅੱਗੇ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ। ਨੈਕਸਟ ਆ ਗਿਆ ਜੀ, ਕਹਿੰਦੇ ਹੂ ਅਮੰਗ ਦਾ ਫੋਲੋਇੰਗ ਵਾਸ ਦਾ ਚੇਅਰਮੈਨ ਆਫ ਦਾ ਡਰਾਫਟਿੰਗ ਕਮੇਟੀ। ਚਲੋ ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ, ਡਾਕਟਰ ਬੀ.ਆਰ. ਅੰਬੇਦਕਰ ਜੀ। ਠੀਕ ਹੈ ਜੀ, ਇਹ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ। ਟੋਟਲ ਕਿੰਨੀਆਂ ਸੀਗੇ, ਟੋਟਲ ਇਹਦੇ ਵਿੱਚ ਕਿੰਨੇ ਸੀਗੇ ਜੀ, ਆਪਣੇ 7 ਮੈਂਬਰ ਸੀਗੇ, ਤਾਂ ਇੱਕ ਚੇਅਰਮੈਨ ਤੇ 6 ਅਦਰ ਮੈਂਬਰਸ। 6ਾਂ ਦੇ 6 ਨਾਮ ਯਾਦ ਰੱਖਣੇ ਆ। ਕਹਿੰਦਾ ਜੀ ਦਾ ਕਨਸਟੀਟਿਊਸ਼ਨ ਅਸੈਂਬਲੀ ਫॉर ਅਨਡਿਵਾਈਡਡ ਇੰਡੀਆ ਫਸਟ ਮੈਟ ਔਨ। ਪਹਿਲੀ ਮੀਟਿੰਗ ਕਦੋਂ ਹੋਈ ਹੈ ਜੀ ਅਸੈਂਬਲੀ ਦੀ, ਠੀਕ ਹੈ ਜੀ, ਅਣਵੰਡੇ ਭਾਰਤ। ਅਣਵੰਡਾ ਭਾਰਤ ਤਾਂ ਹੀ ਆ ਵੀ ਹਜੇ ਤਾਂ ਆਜ਼ਾਦੀ ਆਪਾਂ ਨੂੰ ਮਿਲੀ ਨਹੀਂ। ਠੀਕ ਹੈ ਜੀ, ਤਾਂ ਪਹਿਲੀ ਮੀਟਿੰਗ ਕਦੋਂ ਹੋਈ ਹੈ, ਵੈਸੇ ਮੈਂ ਦੱਸ ਚੁੱਕਿਆ। ਪਹਿਲੀ ਮੀਟਿੰਗ ਹੋਈ ਹੈ ਜੀ ਇਹਦੀ 9 ਦਸੰਬਰ 1946 ਨੂੰ। ਠੀਕ ਹੈ ਜੀ, 9 ਦਸੰਬਰ 1946 ਨੂੰ ਇਹਦੀ ਮੀਟਿੰਗ ਹੋਈ ਹੈ। ਇਹ ਤੁਹਾਨੂੰ ਮੈਂ ਪੜ੍ਹਾਤਾ। ਲਾਸਟ ਮੀਟਿੰਗ ਵੀ ਦੱਸਦੀ ਹੈ, ਫਸਟ ਵੀ ਦੱਸਦੀ ਹੈ। ਵੈਸੇ ਮੈਂ ਤੁਹਾਨੂੰ ਅੱਗੇ ਜਾ ਕੇ ਪੜ੍ਹਾ ਦਿੰਦਾ, ਅਗਲੇ ਕੁਐਸਚਨ 'ਚ ਪੜ੍ਹਾ ਦਿੰਦਾ ਵੀ ਇਹਦੀ ਟੋਟਲ ਕਿੰਨੀਆਂ ਮੀਟਿੰਗਾਂ ਹੋਈਆਂ ਨੇ, ਸਾਰਾ ਕੁਝ ਸਮਝਾ ਦੂੰਗਾ, ਚਿੰਤਾ ਨਾ ਕਰੋ। ਅਗਲੇ 'ਚ ਆਪਾਂ ਡਿਟੇਲ 'ਚ ਜਾਂਦੇ ਆ। ਤਾਂ ਆਹ ਹੁਣ ਤੁਹਾਨੂੰ ਦੱਸਦਾ ਮੈਂ, ਇੱਥੇ ਆਪਾਂ ਨੂੰ ਡਿਟੇਲ 'ਚ ਜਾਣ ਦੀ ਜ਼ਰੂਰਤ ਪਊਗੀ। ਕੀ ਕਹਿ ਰਿਹਾ, ਕਹਿੰਦਾ ਜੀ ਵੈਨ ਦਾ ਕਨਸਟੀਟਿਊਐਂਟ ਅਸੈਂਬਲੀ ਫॉर the dominion of India reassemble on the 31st October 1947
ਇਟ ਰਿਡਿਊਸਡ ਮੈਂਬਰ ਵਾਜ਼। ਦੇਖੋ ਸਟਾਰਟਿੰਗ ਦੇ ਵਿੱਚ ਕਿੰਨੇ ਮੈਂਬਰ ਸੀ, ਬਾਅਦ ਚ ਕਿੰਨੇ ਮੈਂਬਰ ਘਟ ਗਏ, ਕਿੰਨਿਆਂ ਨੇ ਸਾਈਨ ਕੀਤੇ, ਇਹ ਵੀ ਪੁੱਛ ਲੈਂਦੇ ਆ ਵੀ ਕੌਂਸਟੀਟਿਊਸ਼ਨ ਅਸੈਂਬਲੀ ਦੇ ਕਿੰਨੇ ਮੈਂਬਰਸ ਨੇ ਸੰਵਿਧਾਨ ਦੇ ਖਰੜੇ ਉੱਪਰ ਸਾਈਨ ਕੀਤੇ ਸੀਗੇ। ਠੀਕ ਹੈ, ਇਹ ਵੀ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਤਾਂ ਪਹਿਲਾਂ ਆਪਾਂ ਗੱਲ ਕਰੀਏ, ਇਸ ਕੁਐਸਚਨ ਦਾ ਆਨਸਰ ਹੈਗਾ ਜੀ 299। ਇਹ ਬਾਅਦ ਦੀ ਗੱਲ, ਆਨਸਰ ਆਪਾਂ ਫਿਰ ਦੇਖ ਹੀ ਲਵਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਜਦੋਂ ਇਹ ਅਸੈਂਬਲੀ ਬਣੀ ਹੈ 9 ਦਸੰਬਰ 1946 ਨੂੰ, ਜਦੋਂ ਆ ਦੇਖੋ ਪਹਿਲੀ ਮੀਟਿੰਗ ਹੋਈ ਹੈ। ਉਸ ਟਾਈਮ ਤੇ ਇਹਦੀ ਜਿਹੜੀ ਟੋਟਲ ਮੈਂਬਰ ਸੀਗੇ ਜਾਂ ਟੋਟਲ ਸਟਰੈਂਥ ਕਹਿ ਲਓ ਕਿੰਨੀ ਸੀਗੀ, ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਟੋਟਲ ਸਟਰੈਂਥ ਸੀਗੀ ਉਸ ਟਾਈਮ ਤੇ ਇਹਨਾਂ ਦੀ 389। ਠੀਕ ਹੈ ਜੀ, ਇਹ ਕਿਵੇਂ ਸੀਗੀ ਤੁਹਾਨੂੰ ਦੱਸ ਦਿੰਦਾ। 296 ਤਾਂ ਇਹਦੇ ਵਿੱਚ ਸੀਗੇ ਆਪਣੇ ਬ੍ਰਿਟਿਸ਼ ਇੰਡੀਆ ਦੇ। ਠੀਕ ਹੈ ਜੀ, 296 ਤਾਂ ਕੀ ਸੀਗੇ, ਬ੍ਰਿਟਿਸ਼ ਇੰਡੀਆ ਦੇ ਮੈਂਬਰ ਸੀਗੇ, ਪਲੱਸ ਜਿਹੜੀਆਂ 93 ਕੀ ਸੀਗੀਆਂ ਆਪਣੇ ਰਾਜਿਆਂ ਦੀਆਂ ਰਿਆਸਤਾਂ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, ਪ੍ਰਿੰਸਲੀ ਸਟੇਟਸ ਕਹਿ ਦਿੰਦੇ ਆ। ਠੀਕ ਹੈ ਜੀ, ਪ੍ਰਿੰਸਲੀ ਸਟੇਟਸ ਕਹਿ ਦਿੰਦੇ ਆ। ਤਾਂ ਟੋਟਲ ਕਿੰਨੇ ਸੀਗੇ 389। ਅੱਛਾ, ਇਹਦੇ ਚੋਂ ਆ ਵੀ ਪੁੱਛ ਲੈਂਦੇ ਹੁੰਦੇ ਆ ਵੀ 296 ਦੇ ਵਿੱਚੋਂ ਸਟੇਟਾਂ ਕਿੰਨੀਆਂ ਸੀਗੀਆਂ ਤੇ ਯੂਟੀਆਂ ਕਿੰਨੀਆਂ ਸੀਗੀਆਂ। ਤਾਂ 292 ਦੇ ਵਿੱਚ ਕੀ ਹੈਗੀਆਂ ਨੇ ਆਪਣੀਆਂ, ਠੀਕ ਹੈ ਜੀ, ਪ੍ਰੋਵਿੰਸਿਸ ਨੇ, ਜਿਹਨੂੰ ਆਪਾਂ ਕਹਿ ਦਿੰਦੇ ਆ ਸਟੇਟਸ ਅੱਜ ਕੱਲ। ਠੀਕ ਹੈ ਜੀ, ਤੇ ਪਲੱਸ ਕਿੰਨੀਆਂ ਹੈਗੀਆਂ ਜਿਹਦੇ ਵਿੱਚ 4 ਯੂਟੀਆਂ ਸੀ ਉਸ ਟਾਈਮ ਤੇ। ਠੀਕ ਹੈ ਜੀ, 4 ਯੂਟੀ ਸੀਗੀਆਂ। ਯਾਰ ਯੂਟੀਆਂ ਕਿਹੜੀਆਂ ਸੀਗੀਆਂ, ਯੂਨੀਅਨ ਟੈਰੀਟਰੀਜ਼, ਉਹ ਤੁਸੀਂ ਮੈਨੂੰ ਕਮੈਂਟ ਕਰਨਾ ਥੱਲੇ। ਅੱਛਾ ਜੀ, ਅੱਗੇ ਹੋਰ ਡਿਟੇਲ ਚ ਚੱਲਦੇ ਆ ਆਪਾਂ। ਅੱਛਾ, ਜਦੋਂ ਇਹ ਅਸੈਂਬਲੀ ਹੈਗੀ ਆ ਬਣੀ ਹੈਗੀ ਹੈ ਤਾਂ ਇਹਦੇ ਵਿੱਚ ਸਭ ਤੋਂ ਮੈਕਸਿਮਮ ਮੈਂਬਰ ਕਿੱਥੋਂ ਆਏ ਸੀਗੇ, ਮੈਕਸਿਮਮ ਮੈਂਬਰਸ ਇਹਦੇ ਕਿੱਥੋਂ ਆਏ ਸੀਗੇ, ਕਿਹੜੀ ਸਟੇਟ ਤੋਂ ਆਏ ਸੀਗੇ। ਤਾਂ ਮੈਕਸਿਮਮ ਮੈਂਬਰ ਜਿਹੜੇ ਇਹਦੇ ਹੈਗੇ ਸੀਗੇ ਰਾਜੇ, ਉਹ ਯੂਪੀ ਤੋਂ ਆਏ ਸੀਗੇ। ਠੀਕ ਹੈ ਜੀ, ਯੂਪੀ ਤੋਂ ਆਏ ਸੀ। ਇਹ ਯਾਦ ਰੱਖ ਲਓ ਕਿੰਨੇ ਮੈਂਬਰ ਆਏ ਸੀ, 55। ਤੇ ਆਪਣੇ ਪੰਜਾਬ ਤੋਂ, ਠੀਕ ਹੈ ਜੀ, ਪੰਜਾਬ ਤੋਂ ਕੌਣ ਆਇਆ ਸੀਗਾ, ਇਹ ਯਾਦ ਰੱਖਣਾ। ਠੀਕ ਹੈ ਜੀ, ਪੰਜਾਬ ਤੋਂ ਆਪਣੇ 12 ਮੈਂਬਰ ਆਏ ਸੀ, ਜਿਨ੍ਹਾਂ ਵਿੱਚੋਂ ਇੱਕ ਸ਼ਾਇਦ ਤੁਹਾਨੂੰ ਯਾਦ ਹੋਊਗਾ, ਕੱਲ ਤਾਂ ਸੱਚ ਪੜਾਇਆ, ਪਹਿਲਾਂ ਪੜਾਇਆ ਹੋਇਆ, ਗਿਆਨੀ ਗੁਰਮੁਖ ਸਿੰਘ ਮੁਸਾਫਰ। ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਇਹ ਕੌਣ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਰ। ਜੇ ਤੁਹਾਨੂੰ ਥੋੜਾ ਜਿਹਾ ਵੀ ਯਾਦ ਹੋਊਗਾ ਕਿ ਜਿਹੜੇ ਇਹ ਪਹਿਲੇ ਸੀਐਮ ਨੇ, ਠੀਕ ਹੈ, ਜਦੋਂ ਆਪਣਾ ਮਾਡਰਨ 1 ਨਵੰਬਰ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬ ਬਣਦਾ ਨਾ, ਤਾਂ ਉਸ ਤੋਂ ਬਾਅਦ ਜਿਹੜੇ ਪਹਿਲੇ ਆਪਣੇ ਬਣਦੇ ਆ ਨਾ ਸੀਐਮ, ਉਹ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੀ ਬਣਦੇ ਆ। ਠੀਕ ਹੈ ਜੀ, ਹੁਣ ਦੇਖੋ ਆਪਾਂ ਸਭ ਨੂੰ ਪਤਾ ਵੀ ਜਿਹੜੀ ਅਸੈਂਬਲੀ ਹੈਗੀ ਹੈ, ਅਗਰ ਮੈਂ ਅਸੈਂਬਲੀ ਦੀ ਗੱਲ ਕਰਾਂ ਤਾਂ ਟੋਟਲ ਅਸੈਂਬਲੀ ਦੇ 11 ਮੀਟਿੰਗਾਂ, 11 ਸੈਸ਼ਨਸ ਹੋਏ ਨੇ। ਠੀਕ ਹੈ, ਜਿਹਨੂੰ ਆਪਾਂ ਮੀਟਿੰਗਾਂ ਵੀ ਕਹਿ ਸਕਦੇ ਆ। 11 ਸੈਸ਼ਨਸ ਹੋਏ ਨੇ। ਇਹ 11 ਸੈਸ਼ਨ ਕਿੰਨੀ ਦੇਰ ਚੱਲੇ ਆ, 2 ਸਾਲ ਚੱਲੇ ਆ, 11 ਮਹੀਨੇ ਚੱਲੇ ਆ। ਠੀਕ ਹੈ ਜੀ, ਤੇ 18 ਦਿਨ ਚੱਲੇ ਆ। ਇਹ ਯਾਦ ਰੱਖਣਾ, ਟੋਟਲ ਕਿੰਨੇ 11 ਸੈਸ਼ਨ ਹੋਏ ਆ, 2 ਸਾਲ 11 ਮੰਥ ਤੇ 18 ਦਿਨ ਇਹਦੀ ਕੀ ਹੈ, ਡਿਊਰੇਸ਼ਨ ਹੈ। ਠੀਕ ਹੈ ਜੀ। ਅੱਛਾ, ਜਦੋਂ ਦੇਸ਼ ਆਜ਼ਾਦ ਹੋ ਗਿਆ, ਜਦੋਂ ਦੇਸ਼ ਆਜ਼ਾਦ ਹੋ ਗਿਆ, ਜਦੋਂ ਆਪਾਂ ਨੂੰ ਕੀ ਮਿਲ ਗਈ, ਇੰਡੀਪੈਂਡੈਂਟ ਹੋ ਗਿਆ ਦੇਸ਼, ਤਾਂ ਇਹਦੇ ਵਿੱਚ ਕਿੰਨੇ ਮੈਂਬਰ ਰਹਿ ਗਏ ਆ, 299 ਮੈਂਬਰ ਰਹਿ ਗਏ ਆ। ਇਹ ਯਾਦ ਰੱਖ ਲਓ, 389 ਸੀਗੇ, 389 ਤੋਂ ਕਿੰਨੇ ਰਹਿ ਗਏ ਆਪਣੇ ਕੋਲੇ, 299 ਰਹਿ ਗਏ। ਠੀਕ ਹੈ ਜੀ, ਹੁਣ ਗੱਲ ਕਰਦੇ ਆ ਜਿਹੜੀ ਮੇਨ ਗੱਲ ਹੈਗੀ ਹੈ ਵੀ ਜਦੋਂ 26 ਨਵੰਬਰ 1949, ਠੀਕ ਹੈ ਜੀ, ਠੀਕ ਹੈ, ਜਦੋਂ ਇਸ ਅਸੈਂਬਲੀ ਨੇ ਕੀ ਕੀਤਾ, ਸੰਵਿਧਾਨ ਨੂੰ ਅਡਾਪਟ ਕੀਤਾ। ਠੀਕ ਹੈ, ਸੰਵਿਧਾਨ ਨੂੰ ਕੀ ਕੀਤਾ, ਅਡਾਪਟ ਕੀਤਾ। ਤਾਂ ਇਹਦੇ ਵਿੱਚ ਸਾਈਨ ਕਰਨ ਵਾਲੇ ਕਿੰਨੇ ਮੈਂਬਰ ਸੀਗੇ, ਇਹ ਵੀ ਪੁੱਛ ਲੈਂਦੇ ਹੁੰਦੇ। ਉਸ ਟਾਈਮ ਤੇ ਸਾਈਨ ਕਰਨ ਵਾਲੇ ਸਿਰਫ 284 ਮੈਂਬਰ ਸੀਗੇ। ਤੁਹਾਨੂੰ ਯਾਦ ਹੋਊਗਾ 26 ਨਵੰਬਰ ਜਿਹੜਾ ਹੈਗਾ, ਉਹਨੂੰ ਆਪਾਂ ਇੱਕ ਡੇ ਵਜੋਂ ਵੀ ਮਨਾਉਣੇ ਆ। ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਸੰਵਿਧਾਨ ਦਾ ਦਿਨ ਕਹਿ ਦਿੰਦੇ ਆ, ਜਾਂ ਫਿਰ ਕੌਨਸਟੀਟਿਊਸ਼ਨ ਡੇ ਕਹਿ ਦਿੰਦੇ ਆ, ਜਾਂ ਫਿਰ ਨੈਸ਼ਨਲ ਲਾਅ ਡੇ ਵੀ ਕਹਿ ਦਿੰਦੇ ਆ। ਯਾਦ ਆ ਕਿ ਨਹੀਂ ਯਾਦ, ਠੀਕ ਹੈ ਜੀ, ਜੇ ਯਾਦ ਆ ਤਾਂ ਦੱਸਿਓ ਜਰੂਰ ਕਮੈਂਟ ਬਾਕਸ ਦੇ ਵਿੱਚ। ਠੀਕ ਹੈ ਜੀ, ਅੱਗੇ ਜਾ ਕੇ ਆਪਾਂ ਕੋਸ਼ਿਸ਼ ਕਰਾਂਗੇ, ਕਲਾਸਾਂ ਲਾਈਵ ਲਾਉਣ ਵਾਲੀਆਂ ਨੇ, ਅੱਗੇ ਜਾ ਕੇ ਆਪਾਂ ਨੂੰ ਸ਼ਡਿਊਲ ਕਰ ਲਾਂਗੇ। ਠੀਕ ਹੈ, ਇਹ ਤੁਹਾਡੀਆਂ ਸੀਨੀਅਰ ਅਸਿਸਟੈਂਟ 'ਚ ਵੀ ਕੰਮ ਆਉਣਗੀਆਂ। ਤਾਂ 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਕੀ ਅਡਾਪਟ ਕੀਤਾ ਗਿਆ। ਤਾਂ ਥੋੜਾ ਜਿਹਾ ਮੈਂ ਰਿਵਿਊ ਕਰਵਾ ਦਿੰਦਾ। ਇਹਨਾਂ ਨੇ ਪੁੱਛਿਆ ਸੀ ਵੀ ਜਦੋਂ ਅਸੈਂਬਲੀ ਹੈਗੀ ਹੈ, ਇਹ ਜਦੋਂ 31 ਅਕਤੂਬਰ 1947 ਨੂੰ, ਤਾਂ ਆਪਾਂ ਨੂੰ ਅਗਸਤ 'ਚ ਮਿਲ ਗਈ ਸੀਗੀ ਆਪਾਂ ਨੂੰ ਆਜ਼ਾਦੀ। ਤਾਂ ਯਾਨੀ ਕਿ ਆਜ਼ਾਦੀ ਤੋਂ ਬਾਅਦ ਕਿੰਨੇ ਮੈਂਬਰ ਰਹਿ ਗਏ ਸੀ ਆਪਣੇ ਕੋਲੇ, 299। ਸਟਾਰਟਿੰਗ ਵਿੱਚ ਜਿਹੜੀ ਪਹਿਲੀ ਮੀਟਿੰਗ ਹੁੰਦੀ ਹੈ 1946 ਵਿੱਚ, ਤਾਂ 399 ਮੈਂਬਰ ਸੀ। 399 ਦੇ ਵਿੱਚੋਂ 296 ਬ੍ਰਿਟਿਸ਼ ਇੰਡੀਆ ਤੇ 93 ਆਪਣੀ ਪ੍ਰਿੰਸਲੀ ਸਟੇਟ ਸੀਗੀਆਂ। ਤੇ 296 ਦੇ ਵਿੱਚੋਂ ਵੀ 292 ਕੀ ਸੀਗੀਆਂ, ਪ੍ਰੋਵਿੰਸਿਸ ਯਾਨੀ ਕਿ ਸਟੇਟ ਸੀਗੀਆਂ, ਤੇ 4 ਯੂਟੀਜ਼ ਸੀਗੀਆਂ। ਠੀਕ ਹੈ, 11 ਸੈਸ਼ਨ ਹੋਏ ਸੀ ਇਹਦੇ, 2 ਸਾਲ 11 ਮਹੀਨੇ 18 ਦਿਨ ਚੱਲਿਆ ਸੀ। ਲਾਸਟ ਜਦੋਂ ਸੈਸ਼ਨ ਹੋਇਆ ਤਾਂ ਉਹਦੇ ਵਿੱਚ ਆਫਟਰ ਇੰਡੀਪੈਂਡੈਂਟ ਤੇ ਇਹਦੇ ਕੋਲੇ 299 ਮੈਂਬਰ ਰਹਿ ਗਏ ਸੀ। ਮੈਕਸਿਮਮ ਮੈਂਬਰ ਯੂਪੀ ਤੋਂ ਆਏ ਸੀਗੇ ਤੇ ਪੰਜਾਬ ਤੋਂ 12 ਆਏ ਸੀ। 12 ਵਿੱਚੋਂ ਗਿਆਨੀ ਗੁਰਮੁਖ ਸਿੰਘ ਮੁਸਾਫਰ ਦਾ ਨਾਮ ਵੀ ਯਾਦ ਰੱਖਣਾ। ਬਾਕੀ ਜਿਹੜੇ ਮੈਂਬਰ ਆਏ ਉਹ ਵੀ ਤੁਹਾਨੂੰ ਦੱਸ ਦਾਂਗੇ, ਕੋਈ ਗੱਲ ਨਹੀਂ। ਫਿਲਹਾਲ ਦੀ ਘੜੀ ਇੰਨਾ ਯਾਦ ਰੱਖ ਲਿਓ, ਜੇ ਇੰਨਾ ਯਾਦ ਰੱਖ ਲਓਗੇ ਤਾਂ ਬਹੁਤ ਹੈ। ਤਾਂ ਜਿਹੜਾ ਆਪਣਾ ਸੰਵਿਧਾਨ ਜਦੋਂ ਆਪਾਂ ਅਡਾਪਟ ਕਰਦੇ ਆ, ਉਦੋਂ 284 ਮੈਂਬਰਾਂ ਨੇ ਇਹਦੇ ਉੱਪਰ ਸਾਈਨ ਕੀਤੇ ਸੀ 26 ਨਵੰਬਰ 1949 ਨੂੰ। ਤਾਂ ਹੀ ਤਾਂ 26 ਨਵੰਬਰ ਨੂੰ ਕੀ ਮਨਾਇਆ ਜਾਂਦਾ, ਸੰਵਿਧਾਨ ਡੇ ਕਹਿੰਦੇ ਆ, ਕੌਨਸਟੀਟਿਊਸ਼ਨ ਡੇ ਕਹਿ ਦਿੰਦੇ ਆ, ਜਾਂ ਫਿਰ ਨੈਸ਼ਨਲ ਲਾਅ ਡੇ ਵੀ ਕਹਿ ਦਿੰਦੇ ਆ। ਚਲੋ ਜੀ, ਅੱਗੇ ਚੱਲਦੇ ਆ, ਅਗਲੇ ਕੁਐਸਚਨ ਵੱਲ ਮੂਵ ਕਰਦੇ ਆ। ਅੱਗੇ ਆ ਗਿਆ ਜੀ, ਕਹਿੰਦਾ ਦਾ ਮੋਸਟ
profound influence on the drafting of the Indian constitution was exercised by the ਕਹਿਣ ਦਾ ਭਾਵ ਕੀ ਕਹਿੰਦਾ ਜਿਹੜਾ ਆਪਣਾ ਸੰਵਿਧਾਨ ਦਾ ਆਪਾਂ ਖਰੜਾ ਤਿਆਰ ਕੀਤਾ ਹੈ ਉਹ ਸੰਵਿਧਾਨ ਦੇ ਉੱਪਰ ਸਭ ਤੋਂ ਡੂੰਘਾ ਪ੍ਰਭਾਵ ਕਿਹਦਾ ਹੈਗਾ ਤਾਂ ਤੁਹਾਨੂੰ ਸ਼ਾਇਦ ਪਤਾ ਹੋਊਗਾ ਜਿਨ੍ਹਾਂ ਨੇ ਸੰਵਿਧਾਨ ਪੜ੍ਹਦੇ ਆ ਬੱਚੇ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਪਤਾ ਕਿ ਇੱਕ ਜਿਹੜਾ ਐਕਟ ਹੈਗਾ ਇਹਨੂੰ ਮਿੰਨੀ ਸੰਵਿਧਾਨ ਵੀ ਕਹਿੰਦੇ ਆ ਗਵਰਨਮੈਂਟ ਆਫ ਇੰਡੀਆ ਐਕਟ 1935 ਹੈਗਾ ਇਹਦੇ ਕਰਕੇ ਹੀ ਆਪਣਾ ਸੰਵਿਧਾਨ ਤਿਆਰ ਹੋਇਆ ਇਹਨੂੰ ਮਿੰਨੀ ਸੰਵਿਧਾਨ ਵੀ ਕਹਿ ਦਿੰਦੇ ਆ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਤੇ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਬਹੁਤ ਡਿਟੇਲ 'ਚ ਪੜ੍ਹਨ ਦੀ ਜ਼ਰੂਰਤ ਹੈਗੀ ਹੈ ਤੇ ਮੈਂ ਪੜ੍ਹਾਇਆ ਹੋਇਆ YouTube ਦੇ ਉੱਪਰ ਵੀ ਚਲੋ ਜੀ ਅੱਗੇ ਗੱਲ ਕਰਦੇ ਹਾਂ ਅੱਗੇ ਕਹਿੰਦਾ ਜੀ ਦਾ 9th ਸ਼ਡਿਊਲ ਵਾਜ਼ ਇੰਟਰੋਡਿਊਸਡ ਇਨ ਦਾ ਕਨਸਟੀਟਿਊਸ਼ਨ ਆਫ ਇੰਡੀਆ ਡਿਊਰਿੰਗ ਦਾ ਪ੍ਰਾਈਮ ਮੈਂਬਰਸ਼ਿਪ ਆਫ ਠੀਕ ਹੈ ਤਾਂ ਹੁਣ ਇਹ ਪੁੱਛ ਕੀ ਰਿਹਾ ਸਿੰਪਲ ਜਿਹਾ ਕੁਐਸਚਨ ਹੈ ਵੀ ਕਹਿੰਦਾ ਜਿਹੜਾ ਆਪਣਾ 9ਵਾਂ ਸ਼ਡਿਊਲ ਹੈਗਾ ਇਹ ਕਦੋਂ ਮਤਲਬ ਕਿ ਇੰਟਰੋਡਿਊਸ ਕੀਤਾ ਗਿਆ ਸੰਵਿਧਾਨ ਦੇ ਵਿੱਚ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਇਹ ਇੰਟਰੋਡਿਊਸ ਕੀਤਾ ਗਿਆ ਸੀਗਾ ਜਵਾਹਰ ਲਾਲ ਨਹਿਰੂ ਜੀ ਦੀ ਠੀਕ ਹੈ ਜੀ ਪ੍ਰਾਈਮ ਮੈਂਬਰਸ਼ਿਪ ਦੇ ਯਾਨੀ ਕਿ ਜਦੋਂ ਉਹ ਪ੍ਰਧਾਨ ਮੰਤਰੀ ਸੀਗੇ ਠੀਕ ਹੈ ਇਹ ਤੁਹਾਨੂੰ ਮੈਂ ਦੱਸ ਦਿੰਦਾ ਹੁਣ 9th ਸ਼ਡਿਊਲ ਹੈ ਕੀ ਹੈ ਦੇਖੋ ਪਹਿਲਾਂ ਤਾਂ ਇਹ ਦੇਖੋ 9th ਸ਼ਡਿਊਲ ਦੇ ਵਿੱਚ ਹੈ ਕੀ ਹੈ ਜਿਹੜਾ ਆਪਣਾ 9ਵੀਂ ਸੂਚੀ ਹੈ 9ਵਾਂ ਸ਼ਡਿਊਲ ਹੈਗਾ ਉਹਦੇ ਵਿੱਚ ਹੈ ਕੀ ਹੈ ਰਾਜੇ ਉਹਦੇ ਵਿੱਚ ਹੈਗਾ ਜੀ ਲਿਸਟ ਆਫ ਸੈਂਟਰਲ ਐਂਡ ਸਟੇਟ ਲਾਜ਼ ਠੀਕ ਹੈ ਜੀ ਸੈਂਟਰ ਤੇ ਸਟੇਟ ਦੇ ਲਾਅ ਹੈਗੇ ਆ ਠੀਕ ਹੈ ਯਾਨੀ ਕਿ ਇਹ ਲਾਅ ਜਿਹੜੇ ਹੈਗੇ ਆ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕਿਸੇ ਵੀ ਕੋਰਟ ਦੇ ਵਿੱਚ ਠੀਕ ਹੈ ਜੀ ਇਹ ਚੈਲੰਜ ਨਹੀਂ ਕਰ ਸਕਦਾ ਕੋਈ ਵੀ ਕਿਸੇ ਵੀ ਕੋਰਟ ਦੇ ਵਿੱਚ ਠੀਕ ਹੈ ਇੱਕ ਮਿੰਟ ਹਾਂ ਤੇ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕਿਸੇ ਵੀ ਕੋਰਟ ਦੇ ਵਿੱਚ ਤੇ ਜਿਹੜੇ ਇਹ ਐਡ ਕੀਤੇ ਗਏ ਸੀ ਰਾਜੇ ਇਹ ਫਸਟ ਅਮੈਂਡਮੈਂਟ ਹੋਈ ਸੀਗੀ ਇਹ ਵੀ ਪੁੱਛ ਲੈਂਦੇ ਹੁੰਦੇ ਆ ਐਡਿਡ ਬਾਈ ਫਸਟ ਅਮੈਂਡਮੈਂਟ ਠੀਕ ਹੈ ਜੀ ਫਸਟ ਸੰਵਿਧਾਨ ਦੀ ਅਮੈਂਡਮੈਂਟ ਐਕਟ ਆਇਆ ਸੀਗਾ ਕਦੋਂ ਆਇਆ ਸੀ ਰਾਜੇ 1951 ਦੇ ਵਿੱਚ ਆਇਆ ਸੀ ਇਹ ਯਾਦ ਰੱਖ ਲਿਓ ਠੀਕ ਹੈ ਇਹਦੇ ਵਿੱਚ ਕੀਤਾ ਕੀ ਸੀਗਾ ਇਹਨਾਂ ਨੇ 31B ਆਰਟੀਕਲ ਐਡ ਕੀਤਾ ਸੀ 31B ਦਾ ਮਤਲਬ ਕੀ ਹੈਗਾ ਵੀ ਇਹਨਾਂ ਨੇ ਜ਼ਿਮੀਂਦਾਰ ਜਿਹੜਾ ਸਿਸਟਮ ਸੀ ਨਾ ਜ਼ਮੀਨਾਂ ਦਾ ਜ਼ਿਮੀਂਦਾਰਾ ਸਿਸਟਮ ਉਹ ਅਬੋਲਿਸ਼ ਕਰਤਾ ਸੀਗਾ ਜ਼ਿਮੀਂਦਾਰਾ ਸਿਸਟਮ ਅਬੋਲਿਸ਼ਡ ਠੀਕ ਹੈ ਜੀ ਯਾਦ ਰੱਖ ਲਿਓ ਠੀਕ ਹੈ ਜੀ ਕੁਐਸਚਨ ਕੀ ਹੈ ਕੁਐਸਚਨ ਪੁੱਛਦਾ ਵੀ ਜਿਹੜਾ 9ਵਾਂ ਸ਼ਡਿਊਲ ਹੈਗਾ ਉਹ ਸੰਵਿਧਾਨ ਦੇ ਵਿੱਚ ਕਿਵੇਂ ਐਡ ਕੀਤਾ ਗਿਆ ਜਵਾਹਰ ਲਾਲ ਨਹਿਰੂ ਦੀ ਪ੍ਰਾਈਮ ਮਿਨਿਸਟਰ ਦੇ ਅਧੀਨ ਕੀਤਾ ਗਿਆ ਤੇ ਇੱਕ ਅਮੈਂਡਮੈਂਟ ਹੋਈ ਸੀਗੀ ਪਹਿਲੀ ਅਮੈਂਡਮੈਂਟ 1951 ਉਦੋਂ ਕੀਤਾ ਗਿਆ ਤੇ 31B ਆਰਟੀਕਲ ਐਡ ਕੀਤਾ ਗਿਆ 31A ਤੇ 31B ਦੋਨੇ ਨੇ ਤਾਂ ਐਡਿਟ ਕੀਤਾ ਗਿਆ 31B ਜਿਹਦੇ ਵਿੱਚ ਜ਼ਿਮੀਂਦਾਰ ਸਿਸਟਮ ਜਿਹੜਾ ਹੈਗਾ ਉਹਨੂੰ ਨਾ ਖਤਮ ਕਰ ਦਿੱਤਾ ਗਿਆ ਅਬੋਲਿਸ਼ ਕਰ ਦਿੱਤਾ ਗਿਆ ਠੀਕ ਹੈ ਜੀ ਇਹ ਯਾਦ ਰੱਖ ਲਿਓ ਅੱਗੇ ਚੱਲਦੇ ਹਾਂ ਜੀ what is the legal nature of the preamble of the constitution ਯਾਨੀ ਕਿ ਜਿਹੜਾ ਸੰਵਿਧਾਨ ਦਾ ਜਿਹੜਾ ਮੇਨ ਮੁੱਖ ਪੰਨਾ ਕਹਿ ਲਓ ਜਿਹਨੂੰ ਆਪਾਂ ਇੰਡੈਕਸ ਵੀ ਕਹਿ ਸਕਦੇ ਆ ਉਹਦੀ ਜਿਹੜੀ ਨੇਚਰ ਹੈਗੀ ਆ ਉਹ ਕਿਦਾਂ ਦੀ ਹੈਗੀ ਹੈ ਤਾਂ ਉਹਦੀ ਨੇਚਰ ਹੈਗੀ ਹੈ ਜੀ ਇਟ ਇਜ਼ ਨਾਟ ਇਨਫੋਰਸੇਬਲ ਠੀਕ ਹੈ ਜੀ ਇਹਦਾ ਮਤਲਬ ਕੀ ਹੈ ਕਿ ਇਹਨੂੰ ਆਪਾਂ ਧੱਕੇ ਨਾਲ ਲਾਗੂ ਨਹੀਂ ਕਰ ਸਕਦੇ ਧੱਕੇ ਨਾਲ ਲਾਗੂ ਕਰਨ ਦਾ ਮਤਲਬ ਤੁਹਾਨੂੰ ਮੈਂ ਦੱਸ ਦਿੰਦਾ ਪਹਿਲਾਂ ਤਾਂ ਆਪਾਂ ਨੂੰ ਪ੍ਰੈਂਬਲ ਪਤਾ ਹੋਣਾ ਚਾਹੀਦਾ ਜਿਹੜਾ ਪ੍ਰੈਂਬਲ ਹੈਗਾ ਨਾ ਪ੍ਰੈਂਬਲ ਦੇ ਵਿੱਚੋਂ ਹੀ 3-4 ਕੁਐਸਚਨ ਆ ਜਾਂਦੇ ਹੁੰਦੇ ਆ ਪ੍ਰੈਂਬਲ ਦੇ ਵਿੱਚ ਲਿਖਿਆ ਕੀ ਹੈ ਵੀ ਦਾ ਪੀਪਲ ਆਫ ਇੰਡੀਆ ਹੈਵਿੰਗ ਦਾ solemnly resolved the constitution India into a sovereign socialist secular democratic republic and secured to all of its citizen justice liberty equality fraternity ਠੀਕ ਹੈ ਇਹ ਸਾਰੇ ਜਿਹੜੇ ਸ਼ਬਦ ਹੈਗੇ ਰਾਜੇ ਇਹ ਤੁਹਾਨੂੰ ਪੁੱਛੇ ਜਾ ਸਕਦੇ ਇਹਨਾਂ ਦਾ ਮੀਨਿੰਗ ਕੀ ਹੈ ਤਾਂ ਆ ਲਿਖਿਆ ਹੋਇਆ ਦੇਖੋ 26 ਸੰਵਿਧਾਨ ਜਿਹੜਾ ਦਿਨ ਮਨਾਇਆ ਜਾਂਦਾ 26 ਨਵੰਬਰ 1949 ਮਨਾਇਆ ਜਾਂਦਾ ਠੀਕ ਹੈ ਕਿਉਂਕਿ ਇਸ ਦਿਨ ਆਪਾਂ ਅਡਾਪਟ ਕੀਤਾ ਸੀ ਇਹਨੂੰ ਹੁਣ ਪ੍ਰੈਂਬਲ ਦਾ ਕੀ ਚੱਕਰ ਹੈਗਾ ਪ੍ਰੈਂਬਲ ਜਿਹੜਾ ਹੈਗਾ ਨਾ ਇਹ ਆਪਾਂ ਲਿਆ ਕਿੱਥੋਂ ਹੈ ਇਹ USA ਤੋਂ ਲਿਆ ਆਪਾਂ ਠੀਕ ਹੈ ਜੀ USA ਦੀ ਜਿਹੜਾ ਸੰਵਿਧਾਨ ਹੈਗਾ ਨਾ USA ਦਾ ਸੰਵਿਧਾਨ ਹੈਗਾ USA ਦੇ ਸੰਵਿਧਾਨ ਤੋਂ ਆਪਾਂ ਕੀ ਲਿਆ ਹੋਇਆ ਇਹ ਲਿਆ ਹੋਇਆ ਠੀਕ ਹੈ ਆਪਣਾ ਪ੍ਰੈਂਬਲ ਠੀਕ ਹੈ ਤਾਂ ਇਹ ਕਈ ਵਾਰ ਪੁੱਛ ਲੈਂਦੇ ਹੁੰਦੇ ਆ ਪ੍ਰੈਂਬਲ ਨੂੰ ਡਿਜ਼ਾਈਨ ਕਿਹਨੇ ਕੀਤਾ ਪ੍ਰੈਂਬਲ ਨੂੰ ਡਿਜ਼ਾਈਨ ਕਿਹਨੇ ਕੀਤਾ ਤਾਂ ਇੱਕ ਬੰਦਾ ਸੀਗਾ ਬਿਹੋਰ ਠੀਕ ਹੈ ਜੀ ਸਪੈਲਿੰਗ ਦੇ ਪੁੱਠੇ ਜੇ ਆ ਨੋਟ ਕਰ ਲਿਓ ਬਿਹੋਰ ਰਾਮ ਮਨੋਹਰ ਠੀਕ ਹੈ ਜੀ ਬਿਹੋਰ ਰਾਮ ਮਨੋਹਰ ਠੀਕ ਹੈ ਜੀ ਇਹਨੇ ਕੀ ਆ ਇਹਨੂੰ ਡਿਜ਼ਾਈਨ ਕੀਤਾ ਸੀਗਾ ਹੁਣ ਪ੍ਰੈਂਬਲ ਕੀ ਹੈ ਕੋਰਟ ਕਹਿੰਦੀ ਆ ਵੀ ਪ੍ਰੈਂਬਲ ਇਜ਼ ਨਾਟ ਅ ਪਾਰਟ ਆਫ ਦਾ ਕਨਸਟੀਟਿਊਸ਼ਨ ਪ੍ਰੈਂਬਲ ਸੰਵਿਧਾਨ ਦਾ ਪਾਰਟ ਨਹੀਂ ਹੈਗਾਗਾ ਠੀਕ ਹੈ ਜੀ ਮਤਲਬ ਕੋਈ ਵੀ ਜਿਹੜੀ ਕੋਰਟ ਹੈਗੀ ਆ ਇਹ ਆਰਡਰ ਨਹੀਂ ਪਾਸ ਕਰ ਸਕਦੀ ਗਵਰਨਮੈਂਟ ਨੂੰ ਵੀ ਤੁਸੀਂ ਇਹਨੂੰ ਮੰਨਣਾ ਹੀ ਮੰਨਣਾ ਹੈ ਪਰ ਇੱਕ ਰਿਸਪੈਕਟ ਦੇ ਤੌਰ ਤੇ ਆਪਾਂ ਕੀ ਕਰਦੇ ਆ ਇਹਨੂੰ ਆਪਾਂ ਐਡ ਕੀਤਾ ਹੋਇਆ ਯਾਨੀ ਕਿ ਇਟ ਇਜ਼ ਨਾਟ ਇਨਫੋਰਸੇਬਲ ਯਾਨੀ ਕਿ ਆਪਾਂ ਧੱਕੇ ਨਾਲ ਨਹੀਂ ਮਨਾ ਸਕਦੇ ਠੀਕ ਹੈ ਜੀ ਆਪਾਂ ਰਿਸਪੈਕਟ ਦੇ ਤੌਰ ਤੇ ਤਾਂ ਇਹਨੂੰ ਆਪਾਂ ਮੰਨਦੇ ਆ ਪਰ ਧੱਕੇ ਨਾਲ ਨਹੀਂ ਮੰਨ ਸਕਦੇ ਠੀਕ ਹੈ ਤਾਂ ਪ੍ਰੈਂਬਲ ਕੀ ਹੈ ਜੀ ਇਜ਼ ਅ ਪਾਰਟ ਆਫ ਦਾ ਕਨਸਟੀਟਿਊਸ਼ਨ ਬਟ ਇਟ ਇਜ਼ ਨਾਟ ਇਨਫੋਰਸੇਬਲ ਬਾਈ ਦਾ ਕੋਰਟ ਯਾਨੀ ਕਿ ਕੋਰਟ ਕੋਈ ਆਰਡਰ ਨਹੀਂ ਪਾਸ ਕਰ ਸਕਦੀ ਗਵਰਨਮੈਂਟ ਵਾਸਤੇ ਜਾਂ ਆਪਣੇ ਲੋਕਾਂ ਵਾਸਤੇ ਵੀ ਇਹਨੂੰ ਇੰਪਲੀਮੈਂਟ ਕਰੋ ਪ੍ਰੈਂਬਲ ਨੂੰ ਇਸ ਕਰਕੇ ਕੀ ਹੈ ਜੀ ਇਹਦੀ ਨੇਚਰ ਕੀ ਹੈ ਇਟ ਇਜ਼ ਨਾਟ ਇਨਫੋਰਸੇਬਲ ਠੀਕ ਹੈ ਇਹ ਯਾਦ ਰੱਖ ਲਿਓ ਅੱਗੇ ਚੱਲਦੇ ਹਾਂ ਜੀ ਆਪਾਂ
ਅਗਲਾ ਆ ਗਿਆ ਜੀ, ਕਹਿੰਦਾ ਦਾ ਇੰਡੀਅਨ ਫੈਡਰੇਸ਼ਨ ਇਜ਼ ਬੇਸਡ ਔਨ ਦਾ ਪੈਟਰਨ ਆਫ। ਤਾਂ ਜਿਹੜਾ ਸੰਵਿਧਾਨ ਦਾ ਜਿਹੜਾ ਫੈਡਰਲ ਸਿਸਟਮ ਹੈਗਾ ਰਾਜੀ, ਉਹ ਕਿਹਦੇ ਉੱਪਰ ਹੈਗਾ? ਉਹ ਕੈਨੇਡਾ ਦੇ ਯਾਨੀ ਕਿ ਸੰਵਿਧਾਨ ਤੋਂ ਆਪਾਂ ਅਡਾਪਟ ਕੀਤਾ। ਬਸ ਇਹ ਵੀ ਕੁਐਸਚਨ ਬਹੁਤ ਪੁੱਛ ਲੈਂਦੇ ਆ, ਕਿਹੜੀ ਚੀਜ਼ ਕਿੱਥੋਂ ਅਡਾਪਟ ਕੀਤੀ, ਤੁਹਾਨੂੰ ਮੈਂ ਦੱਸ ਦਿੰਦਾ। ਦੇਖੋ, ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਹੈਗਾ, ਉਹਦੇ ਵਿੱਚੋਂ ਆਪਾਂ ਕੀ ਲਿਆ? ਇੱਕ ਤਾਂ ਆਪਾਂ ਪਬਲਿਕ ਸਰਵਿਸ ਕਮਿਸ਼ਨ ਲੈ ਲਿਆ, ਫੈਡਰਲ ਸਕੀਮ ਲੈ ਲਈ, ਐਮਰਜੈਂਸੀ ਪ੍ਰੋਵੀਜ਼ਨ ਲੈ ਲਈ। ਬ੍ਰਿਟਿਸ਼ ਸੰਵਿਧਾਨ ਤੋਂ ਆਪਾਂ ਕੀ ਲੈ ਲਿਆ? ਪਾਰਲੀਮੈਂਟਰੀ ਗਵਰਨਮੈਂਟ ਹੋ ਗਈ, ਸਿੰਗਲ ਸਿਟੀਜ਼ਨਸ਼ਿਪ ਹੋ ਗਈ, ਕੈਬਨਿਟ ਸਿਸਟਮ ਹੋ ਗਿਆ, ਬਾਈ ਕੈਮਰਲ ਹੋ ਗਿਆ, ਦੋ ਸਦਨ ਜਿਹੜੇ ਹੁੰਦੇ ਆ। ਯੂਐਸ ਦੇ ਵਿੱਚੋਂ ਕੀ ਲੈ ਲਿਆ ਆਪਾਂ? ਫੰਡਾਮੈਂਟਲ ਰਾਈਟ ਲੈ ਲਏ, ਠੀਕ ਹੈ ਜੀ। ਜੁਡੀਸ਼ਰੀ ਦੀ ਇੰਡੀਪੈਂਡੈਂਸੀ ਲੈ ਲਈ, ਠੀਕ ਹੈ ਜੀ। ਇੰਪੀਚਮੈਂਟ ਲੈ ਲਈ, ਪ੍ਰੈਜ਼ੀਡੈਂਟ ਨੂੰ ਕਿਵੇਂ ਹਟਾ ਸਕਦੇ ਆ, ਰਿਮੂਵ ਕਿਵੇਂ ਕਰ ਸਕਦੇ ਆ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ, ਠੀਕ ਹੈ ਜੀ। ਪੋਸਟ ਆਫ ਵਾਈਸ ਪ੍ਰੈਜ਼ੀਡੈਂਟ ਦੀ ਵੀ ਆਪਾਂ ਕਿੱਥੋਂ ਲਈ ਹੈ? ਯੂਐਸਏ ਤੋਂ ਲਈ ਹੈ। ਇਰਿਸ਼ ਤੋਂ ਕੀ ਲਿਆ ਆਪਾਂ? ਡੀਪੀਐਸਪੀ, ਠੀਕ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਨੋਮੀਨੇਟ ਕਰਦੇ ਰਾਜ ਸਭਾ ਦੇ ਮੈਂਬਰ। ਕੈਨੇਡੀਅਨ ਤੋਂ ਕੀ ਲਿਆ ਜੀ ਆਪਾਂ? ਫੈਡਰਲ ਜਿਹੜਾ ਸਿਸਟਮ ਹੈਗਾ, ਸਟਰੋਂਗ ਸੈਂਟਰ ਸਰਕਾਰ, ਠੀਕ ਹੈ ਜੀ। ਤੇ ਸੈਂਟਰ ਯਾਨੀ ਕਿ ਸਰਕਾਰ ਦੀ ਜਿਹੜੀ ਆਪਾਂ ਪਾਵਰਾਂ ਦੀ ਵੰਡ ਕੀਤੀ ਹੋਈ ਨਾ, ਸੈਂਟਰ ਤੇ ਆਪਣੇ ਸਟੇਟਾਂ ਦੇ ਵਿਚਕਾਰ। ਇਸ ਤੋਂ ਬਾਅਦ ਗਵਰਨਰ, ਹਰੇਕ ਮਤਲਬ ਕਿ ਸਟੇਟ ਦੇ ਵਿੱਚ ਇੱਕ ਗਵਰਨਰ ਦੀ ਅਪਾਇੰਟਮੈਂਟ ਹੈਗੀ, ਉਹ ਵੀ ਆਪਾਂ ਕੈਨੇਡਾ ਤੋਂ ਲਈ ਹੈ। ਆਸਟ੍ਰੇਲੀਆ ਤੋਂ ਕੀ ਲਿਆ ਹੋਇਆ ਆਪਾਂ? ਕਨਕਰੈਂਟ ਲਿਸਟਾਂ ਲਈਆਂ ਹੋਈਆਂ ਨੇ, ਜੁਆਇੰਟ ਸਿਟਿੰਗ ਲਈ ਹੋਈ ਹੈ ਦੋਨੇ ਹਾਊਸ ਦੀ, ਇੱਕ ਜੁਆਇੰਟ ਸਿਟਿੰਗ ਵਾਸਤੇ। ਜਰਮਨੀ ਤੋਂ ਆਪਾਂ ਕੀ ਲਿਆ ਹੋਇਆ ਵੀ ਆਪਾਂ ਜਿਹੜੇ ਆਪਣੇ ਫੰਡਾਮੈਂਟਲ ਰਾਈਟ ਜਿਹੜੇ ਹੈਗੇ ਆ ਸਸਪੈਂਡ ਹੋ ਜਾਂਦੇ ਆ ਡਿਊਰਿੰਗ ਦਾ ਐਮਰਜੈਂਸੀ, ਉਹ ਆਪਾਂ ਜਰਮਨੀ ਤੋਂ ਲਿਆ। ਰਸ਼ੀਆ ਜਿਹਨੂੰ ਆਪਾਂ USSR ਕਹਿ ਦਿੰਦੇ ਆ, ਠੀਕ ਹੈ ਜੀ, ਉਹ ਤੋਂ ਆਪਾਂ ਫੰਡਾਮੈਂਟਲ ਡਿਊਟੀ ਲਈ ਹੋਈ ਹੈ। ਇਸ ਤੋਂ ਇਲਾਵਾ ਫ੍ਰੈਂਚ ਤੋਂ ਕੀ ਲਿਆ ਹੋਇਆ ਆਪਾਂ? ਆਈਡੀਆ ਆਫ ਇਕੁਐਲਿਟੀ, ਲਿਬਰਟੀ, ਫੈਟਰਨਿਟੀ, ਠੀਕ ਹੈ ਜੀ, ਪ੍ਰੈਂਬਲ ਦੇ ਵਿੱਚ। ਸਾਊਥ ਅਫਰੀਕਾ ਤੋਂ ਆਪਾਂ ਕੀ ਲਿਆ ਹੋਇਆ ਜੀ? ਜਿਹੜੀਆਂ ਅਮੈਂਡਮੈਂਟ, ਪ੍ਰੋਸੀਜਰ ਫॉर ਦਾ ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ, ਠੀਕ ਹੈ ਜੀ, ਇਲੈਕਸ਼ਨ ਆਫ ਰਾਜ ਸਭਾ, ਇਹ ਸਾਰਾ ਸਿਸਟਮ ਲਿਆ ਹੋਇਆ। ਇਹ ਸਾਰੀਆਂ ਚੀਜ਼ਾਂ ਤੁਸੀਂ ਪੜ੍ਹਨੀਆਂ ਨੇ, ਤੁਹਾਡੇ ਪੜ੍ਹਨ ਵਾਲੀਆਂ ਨੇ। ਆ ਗਿਆ ਦੇਖੋ ਕੁਐਸਚਨ, ਇਹ ਕੁਐਸਚਨ ਇਦਾਂ ਹੀ ਪੁੱਛਦੇ ਹੁੰਦੇ ਆ। ਕਹਿੰਦਾ ਜੀ ਵਿਚ ਕਨਸਟੀਟਿਊਸ਼ਨ ਹੈਜ਼ ਇਨਸਪਾਇਰਡ ਦਾ ਇੰਡੀਅਨ ਕਨਸੈਪਟ ਆਫ ਦਾ ਰੂਲ ਆਫ ਲਾ, ਪਾਰਲੀਮੈਂਟਰੀ ਸਿਸਟਮ ਐਂਡ ਲਾਅ ਮੇਕਿੰਗ ਪ੍ਰੋਸੀਜਰ। ਕਹਿਣ ਦਾ ਮਤਲਬ ਜਿਹੜਾ ਪਾਰਲੀਮੈਂਟਰੀ ਸਿਸਟਮ ਹੈਗਾ, ਇਹ ਆਪਾਂ ਕਿੱਥੋਂ ਲਿਆ? ਮੈਂ ਤੁਹਾਨੂੰ ਹੁਣੇ ਦੱਸ ਕੇ ਗਿਆ, ਇਹ ਆਪਾਂ ਕਿੱਥੋਂ ਲਿਆ ਜੀ? ਆਪਾਂ ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ ਲਿਆ, ਠੀਕ ਹੈ ਜੀ। ਇਹ ਸਾਰਾ ਕੁਝ ਯਾਦ ਰੱਖਣਾ ਬੇਟੇ, ਤੁਹਾਨੂੰ ਪੁੱਛਿਆ ਜਾਊਗਾ। ਆ ਦੇਖੋ ਕਿ ਜਿਹੜੇ ਆਪਾਂ ਕਿੱਥੋਂ ਇੰਸਪਾਇਰ ਹੋ ਕੇ ਆਪਾਂ ਆਹ ਚੀਜ਼ ਕੀਤੀ ਹੈ? ਲਿਬਰਟੀ, ਠੀਕ ਹੈ ਜੀ, ਇਕੁਐਲਿਟੀ, ਫੈਟਰਨਿਟੀ, ਠੀਕ ਹੈ ਜੀ। ਇਹ ਜਿਹੜੀ ਭਾਈਚਾਰਾ ਹੋ ਗਿਆ, ਸਮਾਨਤਾ ਦਾ ਅਧਿਕਾਰ ਹੋ ਗਿਆ, ਆਜ਼ਾਦੀ ਦਾ ਅਧਿਕਾਰ ਹੋ ਗਿਆ, ਇਹ ਆਪਾਂ ਕਿੱਥੋਂ ਲਿਆ? ਮੈਂ ਹੁਣ ਤੁਹਾਨੂੰ ਦੱਸ ਕੇ ਗਿਆ, ਜਿਹੜੀ ਫ੍ਰੈਂਚ ਰੈਵੋਲੂਸ਼ਨ ਆਈ ਸੀਗੀ, ਠੀਕ ਹੈ ਜੀ, ਫਰਾਂਸ ਕ੍ਰਾਂਤੀ ਜਿਹੜੀ ਆਇਆ ਸੀ, ਇਨਕਲਾਬ ਆਇਆ ਸੀ, ਉਹਨਾਂ ਤੋਂ ਆਪਾਂ ਇਹ ਚੀਜ਼ਾਂ ਅਡਾਪਟ ਕੀਤੀਆਂ। ਆ ਚਾਰਟ ਯਾਦ ਕਰ ਲਓਗੇ, ਤੁਹਾਡਾ ਇੱਕ ਦੋ ਕੁਐਸਚਨ ਇਹ ਚ ਪੱਕੇ ਹੋ ਜਾਣੇ ਆ। ਅੱਗੇ ਚੱਲਦੇ ਆ ਜੀ ਆਪਾਂ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟਲੀ ਮੈਚਡ। ਚਲੋ ਅੱਜ ਵਾਸਤੇ ਇੰਨਾ ਹੀ ਹੈ। ਤੁਸੀਂ ਹੁਣ ਇਹ ਮੈਨੂੰ ਕਮੈਂਟ ਬਾਕਸ ਦੱਸਣਾ, ਤੁਹਾਡੇ ਵਾਸਤੇ ਕੁਐਸਚਨ ਹੈ। ਆਪਾਂ ਜਿਹੜੀਆਂ ਆਹ ਚਾਰ ਤਰ੍ਹਾਂ ਦੀ ਆਪਾਂ ਪੜ੍ਹਦੇ ਆ ਨਾ, ਚਾਰ ਤਰ੍ਹਾਂ ਦੀਆਂ ਆਪਾਂ ਰਿਟ ਪੜ੍ਹਦੇ ਆ, ਠੀਕ ਹੈ ਜੀ। ਤਾਂ ਇਹ ਰਿਟਾਂ ਜਿਹੜੀਆਂ ਹੈਗੀਆਂ ਨੇ, ਆਪਾਂ ਡਾਇਰੈਕਟ ਆਪਾਂ ਜਾ ਸਕਦੇ ਆ ਆਰਟੀਕਲ 32, ਜਿਹਨੂੰ ਹਾਰਟ ਆਫ, ਠੀਕ ਹੈ ਜੀ, ਇੰਡੀਅਨ ਕਨਸਟੀਟਿਊਸ਼ਨ ਕਹਿ ਦਿੰਦੇ। ਡਾਕਟਰ ਬੀ ਆਰ ਅੰਬੇਦਕਰ ਜੀ ਨੇ ਕਿਹਾ ਸੀਗਾ, ਹਾਰਟ ਐਂਡ ਸੋਲ ਕਿਹਾ ਸੀਗਾ। ਇਹਦੇ ਵਿੱਚ ਆਪਾਂ ਡਾਇਰੈਕਟ ਸੁਪਰੀਮ ਕੋਰਟ ਮੂਵ ਕਰ ਸਕਦੇ ਆ, ਹਾਈ ਕੋਰਟ ਵੀ ਮੂਵ ਕਰ ਸਕਦੇ ਆ। ਤਾਂ ਆਰਟੀਕਲ 32 ਦੇ ਤਹਿਤ ਆਪਾਂ ਸੁਪਰੀਮ ਕੋਰਟ ਜਾ ਸਕਦੇ ਆ, ਤੇ ਕਿਹੜੇ ਆਰਟੀਕਲ ਦੇ ਤਹਿਤ ਆਪਾਂ ਹਾਈ ਕੋਰਟ ਜਾ ਸਕਦੇ ਆ ਰਿਟ ਵਾਸਤੇ? ਜਿਵੇਂ ਜਦੋਂ ਭਾਈ ਅਮਰਿਤਪਾਲ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਸੀ, ਤਾਂ ਉਦੋਂ ਉਹਨਾਂ ਨੇ ਕੀ ਲਗਾਈ ਸੀਗੀ? ਇੱਕ ਹੈਬਸ ਕ੍ਰੋਪਸ ਲਾਈ ਸੀ, ਠੀਕ ਹੈ ਜੀ। ਤਾਂ ਹੈਬਸ ਕ੍ਰੋਪਸ ਦਾ ਮਤਲਬ ਕੀ ਹੈ? ਟੂ ਹੈਵ ਦਾ ਬੋਡੀ। ਮਤਲਬ ਕਿ ਜੇ ਮੰਨ ਲਓ ਥੋੜਾ ਕੋਈ ਘਰ ਦਾ ਰੱਬ ਨਾ ਕਰੇ, ਕੋਈ ਬੰਦਾ ਚੱਕਿਆ ਗਿਆ ਤੇ ਪੁਲਿਸ ਉਹਨੂੰ ਪੇਸ਼ ਨਹੀਂ ਕਰ ਰਹੀ ਕੋਰਟ ਅੱਗੇ, ਤਾਂ ਤੁਸੀਂ ਰਿਟ ਲਗਾ ਸਕਦੇ ਆ ਵੀ ਉਹ ਬੰਦੇ ਨੂੰ ਪੇਸ਼ ਕਰੋ, ਕਿਉਂਕਿ 24 ਘੰਟੇ ਦੇ ਅੰਦਰ ਪੇਸ਼ ਕਰਨਾ ਹੁੰਦਾ ਹੈ। ਤੁਸੀਂ ਮੈਨੂੰ ਦੱਸਣਾ ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈਗਾ। ਹੈਬਸ ਕ੍ਰੋਪਸ ਦੇ ਵਿੱਚ ਅੱਗੇ ਲਿਖਿਆ ਹੋਇਆ ਟੂ ਹੈਵ ਦਾ ਬੋਡੀ, ਮੈਂਡਾਮਸ ਦੇ ਅੱਗੇ ਲਿਖਿਆ ਹੋਇਆ ਵੀ ਕਮਾਂਡ, ਠੀਕ ਹੈ ਜੀ। ਪ੍ਰੋਬੇਸ਼ਨ ਦੇ ਅੱਗੇ ਲਿਖਿਆ ਹੋਇਆ ਟੂ ਬੀ ਸਰਟੀਫਾਈਡ। ਕਿਊ ਬ੍ਰਾਂਟੋ ਦੇ ਅੱਗੇ ਲਿਖਿਆ ਬਾਈ ਵਾਟ ਅਥਾਰਟੀ। ਤਾਂ ਤੁਸੀਂ ਇਹ ਚਾਰੇ ਰਿਟਾਂ ਤੁਹਾਨੂੰ ਪਤਾ ਹੋਣ ਚਾਹੀਦੇ ਵੀ ਦਾ ਮੀਨਿੰਗ ਕੀ ਹੈਗਾ, ਵੀ ਕਾਹਤੋਂ ਲਗਾਈਆਂ ਜਾਂਦੀਆਂ। ਇਹ ਤੁਹਾਡੇ ਵਾਸਤੇ ਵੈਸੇ ਵੀ ਜ਼ਰੂਰੀ ਹੈਗੀਆਂ ਨੇ ਜੇ ਤੁਸੀਂ ਇਸ ਸਮਾਜ ਦੇ ਵਿੱਚ ਵਿਚਰ ਰਹੇ ਹੋ। ਆਈ ਹੋਪ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ। ਕਾਫੀ ਦਿਨਾਂ ਬਾਅਦ ਕਲਾਸ ਲਾਈ ਹੈ, ਥੋੜਾ ਜਿਹਾ ਲੈ ਨਹੀਂ ਬਣ ਰਹੀ, ਹੌਲੀ ਹੌਲੀ ਆਪਾਂ ਟਰੈਕ ਤੇ ਚੜ ਜਾਾਂਗੇ, ਕਿਉਂਕਿ ਤੁਹਾਨੂੰ ਪਤਾ ਦਿਨ ਚੱਲ ਰਹੇ ਆ ਵੀ ਨਾ ਤਾਂ ਕੋਈ ਆਪਣੇ ਸਾਹਮਣੇ ਟਾਰਗੇਟ ਆ ਕਿਸੇ ਐਗਜ਼ਾਮ ਦਾ, ਪਰ ਇਹ ਟਾਈਮ ਹੁੰਦਾ ਆਪਣੇ ਜਿਹੜੇ ਸਬਜੈਕਟ ਹੈਗੇ, ਜਿਹੜੇ ਪਤਾ ਹੀ ਆ ਵੀ ਪੇਪਰਾਂ ਚ ਆਉਣੇ ਆ, ਉਹਨਾਂ ਨੂੰ ਸਟਰੋਂਗ ਕਰਨ ਦਾ। ਤਾਂ ਜਲਦੀ ਮੈਂ ਅਗਲੀ ਕਲਾਸ ਲੈ ਕੇ ਹਾਜ਼ਰ ਹੋਊਂਗਾ। ਬਾਕੀ ਆਪਣਾ ਇੱਕ ਸਪੈਸ਼ਲ ਪੋਲਿਟੀ ਤੇ ਕਰੰਟ ਅਫੇਅਰ ਦਾ ਕੋਰਸ ਚੱਲ ਰਿਹਾ, ਜਿਹਦੇ ਵਿੱਚ ਡੇਲੀ ਕਰੰਟ ਅਫੇਅਰ ਆਪਾਂ ਕਰਵਾ ਰਹੇ ਹਾਂ ਪੰਜਾਬੀ ਤੇ ਅੰਗਰੇਜ਼ੀ ਮੀਡੀਅਮ ਦੇ ਵਿੱਚ, ਤੇ ਪੋਲਿਟੀ ਆਪਾਂ ਕੰਪਲੀਟ ਕਰਵਾਈ ਹੋਈ ਹੈ, ਤੇ MCQ ਆਪਣੇ ਚੱਲ ਰਹੇ ਆ, ਟੈਸਟ ਵੀ ਨਾਲ ਚੱਲ ਰਹੇ ਆ। ਕੋਈ ਬਹੁਤੀ ਅਮਾਊਂਟ ਨਹੀਂ ਹੈਗੀ ਇਹਦੀ, 500 ਰੁਪਏ ਹੈ, 6 ਮੰਥ ਦੀ ਵੈਲਿਡਿਟੀ ਹੈ ਇਹਦੀ, ਠੀਕ ਹੈ। ਜੇ ਕਿਸੇ ਨੇ ਲੈਣਾ ਹੋਊਗਾ ਤਾਂ ਉਹ ਆਪਣਾ ਇਸ ਨੰਬਰ ਤੇ ਕਾਲ ਕਰ ਸਕਦਾ ਹੈ, ਸਵੇਰੇ 10 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ, ਤੇ WhatsApp ਤੇ ਮੈਸੇਜ ਜਦੋਂ ਮਰਜ਼ੀ ਕਰ ਸਕਦਾ। ਕੋਈ ਡਾਊਟ ਹੋਊਗਾ ਤਾਂ ਵੀ ਮੈਸੇਜ ਕਰ ਦਿਓ, ਕੋਈ ਕੁਐਰੀ ਵੀ ਹੈ ਤੁਹਾਡੀ, ਕੋਈ ਵੀ ਤੁਹਾਨੂੰ ਪ੍ਰੋਬਲਮ ਹੈਗੀ, ਤੁਸੀਂ ਇਸ ਤੇ WhatsApp ਤੇ ਮੈਸੇਜ ਕਰ ਸਕਦੇ ਹੋ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ। ਵਾਹਿਗੁਰੂ ਸਭ ਨੂੰ ਜੋਬ ਦੀ ਨੌਕਰੀ ਦੀ ਦਾਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।